ਵੀ ਕੰਟੈਕਸਟ ਦੇ ਵਿੱਚ ਅਸੀਂ ਫਿਰ ਤੋਂ ਦਾਊਦ ਦੀ ਜ਼ਬੂਰਾਂ ਵਿੱਚ ਜਾਵਾਂਗੇ। ਤਾਂ ਅੱਜ ਦੇ ਇਸ ਐਪੀਸੋਡ ਤੇ ਅਸੀਂ ਜ਼ਬੂਰ 24 ਤੇ ਗੌਰ ਕਰਾਂਗੇ। ਸਾਡੇ ਵਿੱਚ ਅੱਜ ਆਂਟੀ ਜੋਤੀ ਤੇ ਅੰਕਲ ਜੋਸ਼ੂਆ ਵਚਨ ਵਿੱਚੋਂ ਪੜ੍ਹਨਗੇ ਤੇ ਪਾਸਟਰ ਏਰਿਕ ਇਹਨਾਂ ਤੇ ਰਿਫਲੈਕਸ਼ਨ ਦੇਣਗੇ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੀ ਰੀਡਿੰਗ ਵਿੱਚ ਜਾਈਏ, ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਸਾਰਿਆਂ ਨੂੰ ਦੁਆ ਵਿੱਚ ਲੈ ਕੇ ਜਾਣ। ਆਓ ਅਸੀਂ ਖੁਦਾ ਦੀ ਹਜ਼ੂਰੀ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਚੱਲੀਏ ਤੇ ਉਸ ਦੀ ਦਿੱਤੀ ਤੰਦਰੁਸਤੀ ਦੇ ਲਈ ਖੁਦਾ ਦਾ ਸ਼ੁਕਰ ਅਦਾ ਕਰੀਏ। ਖੁਦਾਮ ਤੇਰਾ ਸ਼ੁਕਰ ਕਰਦੇ ਦਿਨ ਭਰ ਦੀ ਹਿਫਾਜ਼ਤ ਨਿਗਰਾਨੀ ਦੇ ਲਈ ਜਿਸ ਸਾਨੂੰ ਸਭ ਨੂੰ ਹਰ ਤਰ੍ਹਾਂ ਬਚਾ ਕੇ ਰੱਖਿਆ। ਜਦ ਕਿ ਖੁਦਾਵੰਦ ਅੱਜ ਜ਼ਬੂਰ 24 ਨੂੰ ਜੋ ਕੁਛ ਵੀ ਖੁਦਾਵੰਦ ਤੇਰੇ ਖਾਦਮ ਦੇ ਜ਼ਰੀਏ ਸਾਨੂੰ ਸੁਣਨ ਲਈ ਮਿਲਦਾ ਹੈ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਕੇ ਚੱਲਣ ਵਾਲੇ ਹੋਈਏ ਤੇ ਯਾਦ ਰੱਖਣ ਵਾਲੇ ਹੋਈਏ। ਸੁਣਨ ਤੇ ਸੁਣਾਉਣ ਵਾਲਿਆਂ ਨੂੰ ਸਭ ਨੂੰ ਤੰਦਰੁਸਤੀ ਦੇ ਤੇ ਬਰਕਤ ਦੇ, ਤਾਂ ਜੋ ਖੁਦਾਵੰਦ ਉਹ ਵੀ ਤੇਰੇ ਇੱਕ ਵਚਨ ਨੂੰ ਸੁਣਨ ਤੇ ਉਸ ਦੇ ਵਿੱਚੋਂ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਨ ਵਾਲੇ ਹੋਣ, ਉਸ 'ਚ ਵਧਣ ਵਾਲੇ ਹੋਣ। ਇਹ ਸਭ ਕੁਛ ਮੰਗਦੇ ਤੇਰੇ ਬੇਟੇ ਆਪਣੇ ਨਿਜਾਤ ਦਿੰਦਾ ਯਿਸੂ ਨਾਸਰੀ ਦੇ ਜਲਾਲੀ ਤੇ ਪਵਿੱਤਰ ਰਾਜ ਸੁਣ ਤੇ ਕਬੂਲ ਕਰ ਲੈ। ਆਮੀਨ। ਆਮੀਨ। ਥੈਂਕ ਯੂ ਅੰਕਲ ਜੋਸ਼ੂਆ। ਸਾਡੇ ਵਿੱਚ ਅੱਜ ਸਾਡੇ ਮਿਊਜ਼ੀਸ਼ੀਅਨ ਅੰਕਲ ਕਾਸ਼ਿਫ ਮੌਜੂਦ ਤਾਂ ਨਹੀਂ ਹੈ, ਬਟ ਉਹਨਾਂ ਦੀ ਰਿਕਾਰਡਿੰਗ ਸਾਡੇ ਕੋਲ ਹੈ। ਸੋ ਅਸੀਂ ਜ਼ਬੂਰ 24 ਦੀ ਪਹਿਲੇ ਹਿੱਸੇ ਦੀ ਰਿਕਾਰਡਿੰਗ ਸੁਣਾਂਗੇ ਪਾਸਟਰ ਏਰਿਕ ਦੇ ਨਾਲ। ਜ਼ਮੀਨ ਸਾਰੀ ਤੇ ਜੋ ਕੁਝ ਵਿੱਚ ਹੈ ਉਸ ਦੇ, ਜਹਾਨ ਸਾਰਾ ਤੇ ਉਸ ਦੇ ਰਹਿਣ ਵਾਲੇ। ਜ਼ਮੀਨ ਸਾਰੀ ਤੇ ਜੋ ਕੁਝ ਵਿੱਚ ਹੈ ਉਸ ਦੇ, ਖੁਦਾ ਦੇ ਹੈਣ ਕੇ ਉਸ ਨੇ ਨੀ ਉਹਨਾਂ ਦੀ। ਸਮੁੰਦਰ ਪਾਰ ਤੇ ਨਹਿਰਾਂ ਪਾਰ ਹੈ ਰੱਖੀ, ਜ਼ਮੀਨ ਸਾਰੀ ਤੇ ਜੋ ਕੁਝ ਵਿੱਚ ਹੈ ਉਸ ਦੇ। ਥੈਂਕ ਯੂ ਪਾਸਟਰ ਜੀ। ਆਓ ਹੁਣ ਅਸੀਂ ਅੱਜ ਦੀ ਸਕ੍ਰਿਪਚਰ ਰੀਡਿੰਗ ਵਿੱਚ ਚੱਲਾਂਗੇ ਆਂਟੀ ਜੋਤੀ ਤੇ ਅੰਕਲ ਜੋਸ਼ੂਆ ਦੇ ਨਾਲ। ਕੁਝ ਫੇਰ ਮੇਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਜੈ ਮਸੀਹ ਦੀ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਵੇ ਜਿੰਨੇ ਵੀ ਸਾਨੂੰ ਇਸ ਵਕਤ ਆਨਲਾਈਨ ਦੇਖ ਰਹੇ ਹਨ। ਅਸੀਂ ਖੁਦਾ ਦਾ ਸ਼ੁਕਰ ਕਰਦੇ ਹਾਂ ਕਿ ਸਾਨੂੰ ਖੁਦਾ ਨੇ ਇੱਕ ਵਾਰ ਫੇਰ ਅੱਜ ਮੌਕਾ ਦਿੱਤਾ ਹੈ ਕਿ ਅਸੀਂ ਇੱਕ ਵਾਰ ਫੇਰ ਤੁਹਾਡੀ ਸਾਹਮਣੇ ਜ਼ਬੂਰ ਲੈ ਕੇ ਆਏ ਹਾਂ। ਅੱਜ ਅਸੀਂ ਜ਼ਬੂਰ ਪੜ੍ਹਾਂਗੇ 24 ਦਾਊਦ ਦਾ ਜ਼ਬੂਰ। ਇਸ ਦਾ ਜੋ ਮੇਨ ਟਾਈਟਲ ਹੈ ਉਹ ਹੈ ਮਹਾਪ੍ਰਤਾਪੀ ਰਾਜਾ ਦਾਊਦ ਦਾ ਭਜਨ। ਮੈਂ ਇਸ ਦੀ ਪਹਿਲੀ ਐਡ ਪੜਾਂਗੀ। ਧਰਤੀ ਅਤੇ ਇਸ ਦੀ ਸਭ ਭਰਪੂਰੀ, ਸੰਸਾਰ ਅਤੇ ਇਸ ਦੇ ਸਭ ਨਿਵਾਸੀ ਪ੍ਰਭੂ ਦੇ ਹਨ। ਆਇਤ ਨੰਬਰ 2। ਉਸੇ ਨੇ ਉਸ ਦੀ ਨੀਂਹ ਸਮੁੰਦਰਾਂ ਉੱਤੇ ਰੱਖੀ ਅਤੇ ਉਸਨੇ ਵਗਦੇ ਪਾਣੀਆਂ ਉੱਤੇ ਕਾਇਮ ਕੀਤਾ। ਆਇਤ ਨੰਬਰ 3। ਪ੍ਰਭੂ ਦੇ ਪਹਾੜ ਤੇ ਕੌਣ ਚੜ ਸਕਦਾ ਹੈ? ਉਸ ਦੇ ਪਵਿੱਤਰ ਥਾਂ ਤੇ ਕੌਣ ਖੜਾ ਹੋ ਸਕਦਾ ਹੈ? ਆਇਤ ਨੰਬਰ 4। ਉਹ ਜਿਸ ਦੇ ਹੱਥ ਪਾਕ ਅਤੇ ਮਨ ਪਵਿੱਤਰ ਹੈ ਅਤੇ ਜਿਸ ਨੇ ਆਪਣਾ ਜੀ ਫਰੇਬ ਵੱਲ ਨਹੀਂ ਲਾਇਆ ਅਤੇ ਛਲਣ ਲਈ ਸਹੁੰ ਨਹੀਂ ਖਾਧੀ। ਆਇਤ ਨੰਬਰ 5। ਉਹ ਮਨੁੱਖ ਪ੍ਰਭੂ ਤੋਂ ਅਸ਼ੀਸ਼ ਪ੍ਰਾਪਤ ਕਰੇਗਾ, ਮੁਕਤੀ ਦਾਤਾ ਪਰਮੇਸ਼ਵਰ ਉਸ ਨੂੰ ਉਚਿਤ ਠਹਿਰਾਏਗਾ। ਆਇਤ ਨੰਬਰ 6। ਇਹ ਪੀੜੀ ਉਹਦੇ ਤਾਲਿਬਾਂ ਦੀ ਹੈ ਜਿਹੜੀ ਤੇਰੇ ਦਰਸ਼ਨ ਭਾਲਦੀ ਹੈ, ਹੇ ਯਾਕੂਬ ਸਲਾ। ਆਇਤ ਨੰਬਰ 7। ਹੇ ਫਾਟਕੋ ਤੁਸੀਂ ਉੱਚੇ ਹੋ ਜਾਓ, ਹੇ ਦਰਵਾਜ਼ਿਓ ਤੁਸੀਂ ਖੁੱਲੇ ਹੋ ਜਾਵੋ, ਤਾਂ ਜੋ ਮਹਾਪ੍ਰਤਾਪੀ ਰਾਜਾ ਅੰਦਰ ਆਵੇਗਾ। ਆਇਤ ਨੰਬਰ 8। ਇਹ ਜਲਾਲ ਦਾ ਪਾਤਸ਼ਾਹ ਕੌਣ ਹੈ? ਯਹੋਵਾ ਸਮਰਥੀ ਅਰ ਬਲੀ, ਯਹੋਵਾ ਜੋ ਯੁੱਧ ਵਿੱਚ ਬਲੀ ਹੈ। ਆਇਤ ਨੰਬਰ 9। ਹੇ ਫਾਟਕੋ ਤੁਸੀਂ ਉੱਚੇ ਹੋ ਜਾਵੋ, ਹੇ ਦਰਵਾਜ਼ਿਓ ਤੁਸੀਂ ਖੁੱਲੇ ਹੋ ਜਾਵੋ, ਤਾਂ ਮਹਾਪ੍ਰਤਾਪੀ ਰਾਜਾ ਅੰਦਰ ਆਵੇਗਾ। ਆਇਤ ਨੰਬਰ 10। ਇਹ ਜਲਾਲ ਦਾ ਪਾਤਸ਼ਾਹ ਕੌਣ ਹੈ? ਸੈਨਾ ਦਾ ਯਹੋਵਾ ਉਹ ਜਲਾਲ ਦਾ ਪਾਤਸ਼ਾਹ ਹੈ। ਸਲਾ। ਖੁਦਾ ਦੀ ਬਰਕਤ ਉਹਦੇ ਕਲਾਮ ਦੇ ਪੜ੍ਹੇ ਸੁਣੇ ਜਾਣਦੇ ਹੋਵੇ। ਆਮੀਨ। ਆਮੀਨ। ਥੈਂਕ ਯੂ ਇਸ ਰੀਡਿੰਗ ਲਈ। ਆਓ ਹੁਣ ਅਸੀਂ ਪਾਸਟਰ ਏਰਿਕ ਸਰਵਰ ਦੇ ਨਾਲ ਕਲਾਮ ਦੇ ਰਿਫਲੈਕਸ਼ਨ ਤੇ ਇੰਟਰਪ੍ਰੀਟੇਸ਼ਨ ਵਿੱਚ ਜਾਵਾਂਗੇ।
ਬਹੁਤ ਬਹੁਤ ਸ਼ੁਕਰੀਆ ਐਂਜਲ, ਸਿਸਟਰ ਜੋਤੀ ਔਰ ਅੰਕਲ ਜੋਸ਼ੂਆ ਔਰ ਸਾਡੇ ਜਿੰਨੇ ਵੇਖਣ ਵਾਲੇ ਔਰ ਸਾਡੇ ਨਾਲ ਜੁੜੇ ਹੋਏ ਲਾਈਵ ਸਟਰੀਮ ਦੇ ਵਿੱਚ ਭੈਣ ਭਰਾ ਸੱਜਣ ਮਿੱਤਰ ਦੁਨੀਆ ਦੇ ਜਿੱਥੇ ਵੀ ਹਿੱਸੇ 'ਚ ਬੈਠੇ ਨੇ, ਤੁਹਾਡੇ ਸਾਰਿਆਂ ਨੂੰ ਮਸੀਹ ਯਿਸੂ ਦੀ ਸਲਾਮਤੀ ਹਾਸਲ ਹੋਵੇ। ਸਾਰਿਆਂ ਨਾਲੋਂ ਪਹਿਲਾਂ ਮੈਂ ਅੱਗੇ ਜਾਣ ਤੋਂ ਪਹਿਲਾਂ ਮੈਂ ਗੁਜ਼ਾਰਿਸ਼ ਕਰਾਂਗਾ ਕਿ ਜਿੰਨੇ ਲੋਕ ਸਾਨੂੰ ਵੇਖਣ ਡਏ ਨੇ, ਸਾਡੇ ਨਾਲ ਜੁੜੇ ਹੋਏ ਨੇ, ਅਸੀਂ ਆਪਣਾ ਕੰਮ ਕਰਨਾ, ਤੁਸੀਂ ਆਪਣਾ ਕੰਮ ਕਰੋ। ਇੱਕ ਸ਼ੇਅਰ ਦਾ ਬਟਨ ਹੈ, ਉਹ ਸ਼ੇਅਰ ਦਾ ਬਟਨ ਆਪਣੇ ਪੇਜ ਤੇ ਜਾਓ ਤਾਂ ਕਿ ਜਿਹੜੇ ਤੁਹਾਡੇ ਨਾਲ ਪੇਜ ਤੇ ਜੁੜੇ ਹੋਏ ਦੋਸਤ ਭੈਣਾਂ ਭਰਾ ਨੇ ਉਹ ਵੀ ਖੁਦਾ ਦਾ ਕਲਾਮ ਔਰ ਜ਼ਬੂਰ 'ਚ ਵੀ ਬੜਾ ਮਸ਼ਹੂਰ ਜ਼ਬੂਰ ਹੈ ਸਾਡੇ ਪੰਜਾਬੀ ਕੰਟੈਕਸਟ ਦੇ ਵਿੱਚ। ਸਾਡਾ ਕੋਈ ਵੀ ਕਨਵੈਨਸ਼ਨ ਹੋਏ, ਸਾਡੇ ਕਿਸੇ ਕਿਸਮ ਦਾ ਕੋਈ ਵੀ ਐਸਾ ਪ੍ਰੋਗਰਾਮ ਹੋਏ ਕਿ ਜਿਹਦੇ ਵਿੱਚ ਅਸਾਂ ਬੜੇ ਜੋਸ਼ ਦੇ ਨਾਲ, ਖੁਸ਼ੀ ਦੇ ਨਾਲ ਜਦੋਂ ਜ਼ਬੂਰ ਗਾਣਾ ਹੋਏ ਨਾ, ਤੇ ਜ਼ਬੂਰ 24 ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ ਹੁੰਦਾ। ਮਤਲਬ ਇਸੈਂਸ਼ੀਅਲਸ ਜ਼ਬੂਰ ਜਿਹੜਾ ਵੇ। ਜ਼ਬੂਰ 24 ਸਾਡੇ ਪੰਜਾਬੀ ਕੰਟੈਕਸਟ ਦੇ ਵਿੱਚ ਇਹਦੀਆਂ 2 ਧੁਨਾਂ ਨੇ ਜਿਹੜੀਆਂ ਅਸੀਂ ਗਾਉਂਦੇ ਹਾਂ। ਟੈਕਨੀਕਲੀ ਅਸੀਂ ਗਾਉਂਦੇ ਹਾਂ ਸਿਰਫ ਜ਼ਬੂਰ 24 ਦੀ 7ਵੀਂ ਆਇਤ ਤੋਂ ਲੈ ਕੇ ਤੇ 10 ਆਇਤ, ਯਾਨੀ ਸਿਰਫ 3 ਆਇਤਾਂ ਗਾਉਂਦੇ ਹਾਂ। ਰੱਬ ਖੁਦਾਵੰਦ ਬਾਦਸ਼ਾਹ ਹੈ, ਉਹ ਜਲਾਲ ਦਾ ਬਾਦਸ਼ਾਹ ਹੈ। ਜਿਹੜੀ ਜਿਹੜਾ ਪਹਿਲਾ ਹਿੱਸਾ ਵੇ, ਪਹਿਲੀ ਆਇਤ ਤੋਂ ਲੈ ਕੇ ਤੇ 6ਵੀਂ ਆਇਤ ਤੱਕ, ਉਹਦੀ ਟਿਊਨ ਚੂੰਕਿ ਸਾਨੂੰ ਪਤਾ ਨਹੀਂ ਹੈ, ਇਸ ਲਈ ਅਸੀਂ ਗਾਉਂਦੇ ਨਹੀਂ ਹਾਂ। ਲੇਕਿਨ ਅੱਜ ਚੌਹਾਨ ਸਾਹਿਬ ਨੇ, ਜਿਹੜੇ ਸਾਡੇ ਦੋਸਤ ਨੇ ਇੰਗਲੈਂਡ ਤੋਂ, ਉਹਨਾਂ ਨੇ ਸਾਨੂੰ ਅੱਜ ਉਹਦੀ ਜਿਹੜੀ ਪਹਿਲੇ ਹਿੱਸੇ ਦੀ ਜਿਹੜੀ ਓਰੀਜਨਲ ਟਿਊਨ ਹੈ, ਜਿਹੜੀ ਪਾਦਰੀ ਮਾਮਦੀਨ ਸ਼ਬਾਜ਼ ਸਾਹਿਬ ਔਰ ਸਾਰੀ ਟੀਮ ਨੇ ਰਲ ਕੇ ਬਣਾਈ ਸੀ, ਰਾਧਾ ਕਿਸ਼ਨ ਜਿਹੜੇ ਗਵਈਏ ਹਨ ਉਹਨਾਂ ਨੇ ਰਲ ਕੇ ਜਿਹੜੀ ਬਣਾਈ ਸੀ, ਉਹ ਅੱਜ ਤੁਹਾਡੇ ਸਾਹਮਣੇ ਇਹਦੇ ਵਿੱਚ ਰਿਕਾਰਡਿੰਗ ਵਿੱਚ ਵੀ ਹੈ ਵੇ, ਲਾਈਵ ਵੀ ਹੈ ਵੇ, ਤੁਸੀਂ ਉਹਨੂੰ ਵੀ ਸਿੱਖ ਕੇ ਗਾ ਸਕਦੇ ਹੋ। ਲੇਕਿਨ ਜਿਹੜਾ ਦੂਜਾ ਹਿੱਸਾ 2 ਧੁਨਾਂ ਨੇ। ਇੱਕ ਧੁਨ ਅਸੀਂ ਵਜਾਵਾਂਗੇ ਜਿਹੜੀ ਟ੍ਰੈਡੀਸ਼ਨਲ ਹੈ ਚੌਹਾਨ ਸਾਹਿਬ ਦੀ ਆਵਾਜ਼ ਦੇ ਵਿੱਚ, ਔਰ ਇੱਕ ਅਸੀਂ ਟ੍ਰੈਡੀਸ਼ਨਲ ਗਾਉਂਦੇ ਹਾਂ। ਥੋੜ੍ਹੀ ਜਿਹੀ ਫਰਕ ਹੈ ਓਰੀਜਨਲ ਨਾਲੋਂ, ਲੇਕਿਨ ਤੁਹਾਨੂੰ ਪਤਾ ਵੇ ਕਿ ਇੱਕ ਬੰਦਾ ਇੱਥੇ ਗੱਲ ਕਰੇ 10 ਬੰਦਿਆਂ ਬਾਅਦ ਉਹ ਗੱਲ ਹੀ ਮਤਲਬ ਹੀ ਬਦਲਿਆ ਹੁੰਦਾ ਉਹਦਾ ਜਾ ਕੇ। ਇਹ ਤਾਂ ਫਿਰ 100 ਸਾਲ ਲੰਘ ਗਏ ਨੇ ਇਸ ਧੁਨ ਨੂੰ ਗਾਉਂਦਿਆਂ ਹੋਇਆਂ, ਕਿੱਥੋਂ ਕਿੱਥੋਂ ਲੰਘ ਕੇ ਕਿੱਥੇ ਕਿੱਥੇ ਪਹੁੰਚੀ, ਸਾਡੇ ਨਸਲ ਤੱਕ ਪਹੁੰਚਦਿਆਂ ਉਹ ਬਿਲਕੁਲ ਹੀ ਫਰਕ ਹੋ ਗਈ ਹੋਈ ਹੈ। ਲੇਕਿਨ ਜਿਹੜੀ ਟ੍ਰੈਡੀਸ਼ਨਲ ਧੁਨ ਸਾਨੂੰ ਸਾਰਿਆਂ ਨੂੰ ਆਉਂਦੀ ਹੈ। ਅੰਕਲ ਜੀ, ਤੁਸੀਂ ਚੂੰਕਿ ਸੀਨੀਅਰ ਹੋ ਸਾਡੇ ਚੋਂ, ਤੇ ਤੁਹਾਨੂੰ ਉਹ ਧੁਨ ਜਿਹੜੀ ਹੈ ਨਾ ਯਾਦ ਹੈ, ਰੱਬ ਖੁਦਾਵੰਦ ਬਾਦਸ਼ਾਹ ਹੈ ਟ੍ਰੈਡੀਸ਼ਨਲ ਟਿਊਨ ਜਿਹੜੀ, ਕਿਵੇਂ ਵੇ? ਹਾਂਜੀ ਗਾਵਾਂ ਜੀ? ਹਾਂਜੀ ਗਾਓ ਹਜ਼ਰਾ। ਇੱਕ ਹੀ ਆਇਤ। ਰੱਬ ਖੁਦਾਵੰਦ ਬਾਦਸ਼ਾਹ ਹੈ, ਉਹ ਜਲਾਲ ਦਾ ਬਾਦਸ਼ਾਹ ਹੈ। ਰੱਬ ਖੁਦਾਵੰਦ ਬਾਦਸ਼ਾਹ ਹੈ, ਉਹ ਜਲਾਲ ਦਾ ਬਾਦਸ਼ਾਹ ਹੈ। ਇਹ ਜਲਾਲ ਦਾ ਬਾਦਸ਼ਾਹ ਕੌਣ ਹੈ? ਕਮਾਲ ਦਾ। ਇਹ ਜਲਾਲ ਦਾ ਬਾਦਸ਼ਾਹ ਕੌਣ ਹੈ? ਕੌਣ ਬਾਦਸ਼ਾਹ ਕਮਾਲ ਦਾ। ਲਸ਼ਕਰਾਂ ਦਾ ਰੱਬ ਖੁਦਾਵੰਦ, ਉਹ ਬਾਦਸ਼ਾਹ ਜਲਾਲ ਦਾ। ਰੱਬ ਖੁਦਾਵੰਦ ਬਾਦਸ਼ਾਹ ਹੈ, ਉਹ ਜਲਾਲ ਦਾ ਬਾਦਸ਼ਾਹ ਹੈ। ਥੈਂਕ ਯੂ ਜੀ। ਇਹ ਉਹ ਟਿਊਨ ਹੈ ਜਿਹੜੇ ਅਸੀਂ ਇੰਡੀਆ, ਪੰਜਾਬ, ਪਾਕਿਸਤਾਨ ਤੋਂ ਸਾਰੇ ਜਿੰਨੀਆਂ ਕ੍ਰਿਸਚਨ ਚਰਚ ਨੇ ਅਸੀਂ ਸਾਰੇ ਇਹ ਧੁਨ ਬੜੇ ਸ਼ੌਕ, ਬੜੇ ਜ਼ੋਰ ਨਾਲ ਗਾਉਂਦੇ ਹਾਂ। ਲੇਕਿਨ ਪਿਛਲੇ ਕੋਈ 15-20 ਸਾਲਾਂ ਤੋਂ ਸਾਡੇ ਇੱਕ ਹੋਰ ਦੋਸਤ ਨੇ, ਬੜੇ ਅੱਛੇ ਸਿੰਗਰ ਨੇ, ਸੁਭਾਸ਼ ਗਿੱਲ ਸਾਹਿਬ, ਔਰ ਇੰਗਲੈਂਡ ਹੁੰਦੇ ਨੇ। ਸੁਭਾਸ਼ ਗਿੱਲ ਸਾਹਿਬ ਨੇ ਔਰ ਅਰਨਸਟ ਮਲ ਜਦੋਂ ਦੌਰ ਆਇਆ ਵੇ, ਉਹਨਾਂ ਨੇ ਵੀ ਜ਼ਬੂਰ 24 ਦੀ ਇੱਕ ਨਵੀਂ ਧੁਨ ਮੁਤਾਰਫ ਕਰਾਈ। ਦੈਟ ਵਾਜ਼ ਆਲਸੋ ਵੈਰੀ ਕੈਚੀ ਔਰ ਬੜੇ ਗੱਜ ਵੱਜ ਕੇ। ਚੂੰਕਿ ਅਸੀਂ ਇੰਡੀਆ ਤੋਂ, ਸਾਨੂੰ ਪਤਾ ਵੇ ਕਿ ਰਾਇਲ ਕੋਰਟ ਕੀ ਹੁੰਦਾ ਵੇ, ਰਾਇਲ ਐਂਟਰੀ ਕਿਵੇਂ ਹੁੰਦੀ ਏ, ਔਰ ਜਨਾਬ ਸ਼ਾਹੀ ਦਰਬਾਰ ਕਿਵੇਂ ਲੱਗਦਾ ਵੇ, ਔਰ ਜਨਾਬ ਸ਼ਹਿਨਸ਼ਾਹਾਂ ਦੇ ਜਿਹੜੇ ਮਿਊਜ਼ਿਕ ਹੁੰਦਾ ਸੀ ਉਹ ਕਿਵੇਂ ਦਾ ਹੋਣਾ ਚਾਹੀਦਾ ਹੈ, ਔਰ ਡਰਮ ਕਿਵੇਂ ਵੱਜਣੇ ਚਾਹੀਦੇ ਨੇ। ਤੇ ਉਸ ਚੀਜ਼ ਨੂੰ ਸਾਹਮਣੇ ਰੱਖਦਿਆਂ ਹੋਇਆਂ ਸੁਭਾਸ਼ ਗਿੱਲ ਸਾਹਿਬ ਨੇ ਜਿਹੜਾ ਵੇ ਉਹਨਾਂ ਭੀਮ ਪਲਾਸੀ ਰਾਗ ਦੇ ਵਿੱਚ ਉਹਨਾਂ ਇੱਕ ਧੁਨ ਬਣਾਈ ਸੀ, ਜਿਹਨੂੰ ਕਲੀਸੀਆਂ ਉਹਨੂੰ ਬੜੇ ਸ਼ੌਕ ਨਾਲ ਗਾਉਂਦੀਆਂ ਨੇ। ਔਰ ਉਹ ਵਾਲੀ ਕਿਹੜੀ ਸੀ ਅੰਕਲ, ਤੁਹਾਨੂੰ ਉਹ ਧੁਨ ਯਾਦ ਹੈ? ਨਵੀਂ ਵਾਲੀ ਕਿਹੜੀ ਜੀ? ਨਹੀਂ ਯਾਦ, ਜਿਹੜੀ ਨਵੀਂ ਧੁਨ ਆਈ ਹੈ ਸਾਡੇ ਕੋਲ? ਨਹੀਂ ਯਾਦ ਐਂਜਲ? ਨਹੀਂ, ਮੈਂ ਨਹੀਂ ਪਤਾ। ਨਹੀਂ ਸਿਸਟਰ ਜੋਤੀ? ਨਹੀਂ? ਓਕੇ। अब ट्रेडिशनल ट्यून मेरे जहन च वड़ गई होन, लेकिन मैं कोशिश कर लगा कि मैं भीम प्लासी वाली जी मेरे जहन च आ रहा। बादशाह 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 इंज करके वे, रब खुदावंद बादशाह है, ओ जलाल दा बादशाह है। रब खुदावंद बादशाह है, ओ जलाल दा बादशाह है। चूँकि मैं सिंगर नहीं हाँ, सो इसलिए इन्ना को काफ़ी है। सो ਜਿਹੜਾ ਵੇ ਨਾ, ਸੋ ਇਹ ਧੁਨ ਸਾਡੇ ਕੋਲ ਆ ਵੀ ਮੌਜੂਦ ਹੈ, ਜਿਹੜੇ ਕਿ ਮਾਡਰਨ ਜਿਹੜਾ ਸਾਡੇ ਕੰਟੈਂਪਰਰੀ ਚਰਚ ਨੇ ਉਹ ਇਹ ਵਾਲੀ ਜਿਹੜੀ ਕੰਪੋਜੀਸ਼ਨ ਇਹਨੂੰ ਵੀ ਗਾਉਂਦੇ ਨੇ। ਸੋ ਸਾਡੇ ਕੋਲ ਇੰਡੀਅਨ ਕੰਟੈਕਸਟ ਵਿੱਚ 2 ਕੰਪੋਜੀਸ਼ਨ ਨੇ, ਟ੍ਰੈਡੀਸ਼ਨਲ ਐਂਡ ਕੰਟੈਂਪਰਰੀ।
ਜਦੋਂ ਅਸੀਂ ਟੈਕਸਟ ਤੇ ਆਉਂਦੇ ਹਾਂ ਜੀ ਜ਼ਬੂਰ 24 ਤੇ ਆਉਂਦੇ ਹਾਂ, ਜਦੋਂ ਹੁਣ ਅਸੀਂ ਇਹ ਸਕ੍ਰਿਪਚਰ ਤੇ ਆਉਂਦੇ ਹਾਂ, ਔਰ ਜਿਹੜੇ ਇਹ ਜ਼ਬੂਰਾਂ ਦੀ ਸੀਰੀਜ਼ ਦੇ ਮੈਂ ਤੁਹਾਨੂੰ ਦੱਸ ਚੁੱਕਿਆ ਪਹਿਲਾਂ ਵਾ ਕਿ ਜ਼ਬੂਰ 22, ਜ਼ਬੂਰ 23 ਤੇ ਜ਼ਬੂਰ 24, ਇਹ ਤਿੰਨ ਜ਼ਬੂਰਾਂ ਦਾ ਕੰਬੀਨੇਸ਼ਨ ਹੈ ਜਿਹੜਾ ਕਿ ਖੁਦਾਵੰਦ ਯਿਸੂ ਮਸੀਹ ਦੀ ਖਿਦਮਤ ਔਰ ਯਿਸੂ ਮਸੀਹ ਦਾ ਕਰੈਕਟਰ ਜਿਹੜਾ ਵੇ ਖੁਦਾ ਦੇ ਪਲਾਨ ਦੇ ਵਿੱਚ ਉਹਨੂੰ ਰਿਪਰੈਜ਼ੈਂਟ ਕਰਦਾ ਵੇ। ਆਲਦੋ ਮੈਂ ਹੁਣ ਜਾਵਾਂਗੇ ਤੇ ਕਿ ਅਸੀਂ ਇਹਨੂੰ, ਮੈਂ ਇਹ ਗੱਲ ਕਰ ਰਿਹਾ ਵਾਂ ਕ੍ਰਿਸਚਨ ਪਰਸਪੈਕਟਿਵ ਦੇ ਨਾਲ, ਠੀਕ ਹੈ, ਐਜ਼ ਅ ਕ੍ਰਿਸਚਨ ਸਟੂਡੈਂਟ ਹੁੰਦਿਆਂ ਹੋਇਆਂ ਬਾਈਬਲ ਮੁਕੱਦਸ ਦਾ, ਖੁਦਾ ਦੇ ਕਲਾਮ ਦਾ। ਲੇਕਿਨ ਜਦੋਂ ਇਹਨੂੰ ਕੋਈ ਯਹੂਦੀ ਜਦੋਂ ਇਹਦੇ 'ਤੇ ਗੱਲ ਕਰੇਗਾ ਨਾ, ਉਹ ਇਹਨੂੰ ਕਿਵੇਂ ਵਹਿੰਦੇ ਨੇ। ਲੇਕਿਨ ਅਸੀਂ ਪਹਿਲਾਂ ਆਪਣੇ ਕ੍ਰਿਸਚਨ ਪਰਸਪੈਕਟਿਵ ਦੀ ਗੱਲ ਕਰਨੇ ਆ ਕਿ ਜਿਹੜੇ ਕ੍ਰਿਸਚਨ ਸਕਾਲਰਸ ਨੇ ਉਹ ਜ਼ਬੂਰਾਂ ਦੇ ਤਿੰਨ ਹਿੱਸਿਆਂ ਨੂੰ ਵਹਿੰਦੇ ਨੇ ਕਿ ਜ਼ਬੂਰ ਨੰਬਰ 22 ਜਿਹੜਾ ਵੇ ਉਹ ਪੇਸ਼ ਕਰਦਾ ਵੇ ਸਫਰਿੰਗ ਕ੍ਰਾਸ ਨੂੰ। असा पढ़ा था ना जबूर 22 ਦੇ ਵਿੱਚ, ऐ मेरे खुदा तूने मुझे क्यों छोड़ दिया, कुत्तों ने मुझे घेर लिया है, मैं अपनी हड्डियां गिन सकता हूँ, मेरे कपड़ों पर कुरा डालते हैं। मतलब दैट वाज द होल सफरिंग क्रॉस ਦਾ ਜਿਹੜਾ ਸੀ ਨਾ ਉਹ ਤਸਵੀਰ ਸਾਡੇ ਸਾਹਮਣੇ ਸੀ। ਅੱਛਾ, ਉਹਦੇ ਬਾਅਦ ਜ਼ਬੂਰ 23 ਜਿਹੜਾ ਵੇ दैट इज गुड शेपर्ड, ਯਾਨੀ ਸਫਰਿੰਗ ਕ੍ਰਾਸ ਤੋਂ ਅਸੀਂ ਐਨਕਾਊਂਟਰ ਕਰਨੇ ਆ ਗੁੱਡ ਸ਼ੈਪਰਡ ਨੂੰ, ਠੀਕ ਹੈ, ਗ੍ਰੇਟ ਸ਼ੈਪਰਡ ਨੂੰ। ਗ੍ਰੇਟ ਸ਼ੈਪਰਡ ਤੋਂ ਬਾਅਦ ਜਿਹੜਾ ਜ਼ਬੂਰ ਨੰਬਰ 24 ਹੈ ਇਹ ਰਿਪਰੈਜ਼ੈਂਟ ਕਰਦਾ ਵੇ ਗਲੋਰੀਅਸ ਕਰਾਊਨਿੰਗ, ਗਲੋਰੀ ਔਰ ਬਾਦਸ਼ਾਹਤ, ਸਲਤਨਤ, ਜਾਹੋ ਜਲਾਲ, ਅਜ਼ਮਤ, ਕੋਰਟਸ, ਵੱਡੇ ਵੱਡੇ ਗੇਟ ਤੇ ਮਾਹਰ ਆਪਣਾ ਜਿਹਨੂੰ ਕਿਹਾ ਜਾਂਦਾ ਨਾ ਕਿ ਇੱਕ ਤਰ੍ਹਾਂ ਦਾ ਮੈਜੈਸਟਿਕ ਜਿਹੜਾ ਨਾ ਉਹ ਸਾਰੇ ਜਿਹੜਾ ਇੱਕ ਖੁਦਾਵੰਦ ਯਿਸੂ ਮਸੀਹ ਦੀ ਜਿਹੜੀ ਲਾਈਫ ਨੂੰ ਪੇਸ਼ ਕਰਦਾ ਵੇ ਕਿ ਕਿਸ ਤਰੀਕੇ ਦੇ ਨਾਲ ਸਫਰਿੰਗ ਤੋਂ ਲੈ ਕੇ ਤੇ ਗਲੋਰੀਫਿਕੇਸ਼ਨ ਤੱਕ ਜਿਹੜਾ ਵੇ ਨਾ ਇਹ ਤਿੰਨ ਜ਼ਬੂਰ ਜਿਹੜੇ ਨੇ ਇਹ ਇਹਾਤਾ ਕਰਦੇ ਨੇ ਖੁਦਾਵੰਦ ਯਿਸੂ ਮਸੀਹ ਦੀ ਲਾਈਫ ਦਾ। ਲੇਕਿਨ ਜਦੋਂ ਅਸੀਂ ਟਾਈਟਲ ਪੜ੍ਹਦੇ ਹਾਂ ਜੀ, ਜ਼ਬੂਰ 24 ਦਾ ਟਾਈਟਲ ਹੈ ਦਾਊਦ ਕਾ ਮਜ਼ਮੂਰ। ਅਗੇਨ ਦਾਊਦ ਮਜ਼ਮੂਰ ਲਾ ਦਾਊਦ ਜਾਂ ਦਾਵੀਦ ਹਬਰਾਨੀ ਦੇ ਵਿੱਚ ਇਟ ਮੀਨਸ ਐਸੀ ਪੋਇਟਰੀ, ਐਸੀ ਸ਼ਾਇਰੀ ਜਿਹਨੂੰ ਗਾਇਆ ਜਾਏਗਾ। ਔਰ ਚੂੰਕਿ ਇਹਨੂੰ ਗਾਇਆ ਜਾਂਦਾ ਹੀ ਇਹਦਾ ਹਿਸਟੋਰੀਕਲ ਕੰਟੈਕਸਟ ਨਾ ਬੈਕਗਰਾਉਂਡ ਜਿਹੜਾ ਵੇ ਉਹ ਸਕਾਲਰ ਜਿਹੜੇ ਨਾ ਉਹ ਇਹਨੂੰ ਦੋ ਰੀਜ਼ਨ ਪੇਸ਼ ਕਰਦੇ ਨੇ ਕਿ ਜੀ ਦੇਰ ਵਰ ਬੀ 2 ਡਿਫਰੈਂਟ ਓਕੇਜ਼ਨਸ ਜਿੱਥੇ ਇਹਨੂੰ ਪੇਸ਼ ਕੀਤਾ ਜਾਂਦਾ ਸੀ। ਨੰਬਰ 1, ਅਗਰ ਦਾਊਦ ਦੀ ਲਾਈਫ ਨਾਲ ਅਟੈਚ ਕਰੀਏ ਤੇ ਕਿਹਾ ਜਾਂਦਾ ਵੇ ਜੀ ਕਿ ਜਦੋਂ ਦਾਊਦ ਨੱਚਦਿਆਂ ਤੇ ਗਾਉਂਦਿਆਂ ਹੋਇਆਂ ਐਦ ਦਾ ਸੰਦੂਕ ਲੈ ਕੇ ਆ ਰਿਹਾ ਸੀ ਨਾ ਯਰੂਸ਼ਲਮ ਦਾ, ਤੇ ਉਦੋਂ ਐਕਚੁਅਲੀ ਇਹ ਜ਼ਬੂਰ ਉਹਨੇ ਲਿਖਿਆ ਜਾਂ ਉਦੋਂ ਉਹਨੇ ਗਾਇਆ। ਓਕੇ, ਦੈਟਸ ਨੰਬਰ 1 ਥਿਊਰੀ। ਦੂਸਰੀ ਥਿਊਰੀ ਇਹ ਵੇ ਕਿ ਐਕਚੁਅਲੀ ਦਾਊਦ ਨੇ ਇਹ ਜ਼ਬੂਰ ਜ਼ਾਰੇ ਦਾਊਦ ਦੇ ਦੌਰ ਦੇ ਵਿੱਚ ਹੈਕਲ ਤੇ ਮੌਜੂਦ ਨਹੀਂ ਸੀ, ਹੈਕਲ ਤੇ ਬਣਾਈ ਸੁਲੇਮਾਨ ਨੇ ਉਹਦੇ ਬਾਅਦ ਜਾ ਕੇ, ਲੇਕਿਨ ਕੌਨਸੈਪਟ ਜਿਹੜਾ ਸੀ, ਜਿਹੜਾ ਉਹਦਾ ਵਿਜ਼ਨ ਸੀ ਖੁਦਾ ਦੇ ਰੂਹ ਨੇ, ਅਸਮਾਨੀ ਹੈਕਲ ਦਾ ਨਜ਼ਾਰਾ ਔਰ ਮਿਊਜ਼ਿਕ ਔਰ ਐਂਟਰੀ ਔਰ ਲਿਟਰਜੀ ਕਿਵੇਂ ਹੋਏਗੀ, ਦੈਟ ਵਾਜ਼ ਗॉड ਸਪਿਰਿਟ ਆਲਰੇਡੀ ਸ਼ੋਡ ਡੇਵਿਡ ਇਨ ਦ ਵਿਜ਼ਨ। ਸੋ ਅਸੀਂ ਵੇਖਦੇ ਹਾਂ ਜੀ ਕਿ ਦੂਜਾ ਜਿਹੜਾ ਇਸ਼ਾਰਾ ਉਹ ਜਾਂਦਾ ਵੇ ਕਿ ਜਦੋਂ ਦਾਊਦ ਦੇ ਮਰਨ ਤੋਂ ਬਾਅਦ ਜਦੋਂ ਇਹ ਜ਼ਬੂਰ ਜਦੋਂ ਐਂਟਰ ਹੋਇਆ ਵੇ ਜ਼ਬੂਰਾਂ ਦੀ ਕਿਤਾਬ ਦੇ ਵਿੱਚ, ਤੇ ਫਿਰ ਇਹਨੂੰ ਜਿਹੜੀਆਂ ਸਾਲਾਨਾ ਈਦਾਂ ਹੁੰਦੀਆਂ ਸਨ ਨਾ ਯਹੂਦੀਆਂ ਦੀਆਂ, ਖਾਸ ਤੌਰ 'ਤੇ ਈਦ ਫਸਾ ਹੋ ਗਈ ਜਾਂ ਈਦ ਪੈਂਤੀਕੋਸਤ ਹੋ ਗਈ ਜਾਂ ਈਦ ਜਿਹੜੇ ਅਸੀਂ ਕਹਿੰਦੇ ਆ ਖੈਮਿਆਂ ਦੀ ਈਦ ਹੋ ਗਈ, ਜਦੋਂ ਲੋਕੀ ਮਨਾਉਣ ਹੁੰਦੇ ਹਨ ਯਰੂਸ਼ਲਮ ਦੇ ਵੱਲ, ਤੇ ਜਦੋਂ ਉਹ ਐਂਟਰ ਹੁੰਦੇ ਹਨ ਨਾ, ਜਦੋਂ ਕੋਹ ਸਿਯੋਨ ਦੇ ਪਹਾੜ 'ਤੇ ਚੜ੍ਹਨਾ ਸ਼ੁਰੂ ਕਰਦੇ ਹਨ, ਤੇ ਉਦੋਂ ਹੀ ਇਹ ਜ਼ਬੂਰ ਕਈ ਵਾਰੀ, ਲੇਕਿਨ ਜਦੋਂ ਯਰੂਸ਼ਲਮ ਦੇ ਦਰਵਾਜ਼ਿਆਂ 'ਤੇ ਜਾ ਕੇ ਖਲੋਂਦੇ ਹਨ ਨਾ, ਜਦੋਂ ਐਂਟਰ ਹੁੰਦੇ ਹਨ ਗੇਟ ਦੇ ਵਿੱਚ, ਤੇ ਉਦੋਂ ਵੀ ਇਹ ਜ਼ਬੂਰ ਨੂੰ ਕਾਲ ਐਂਡ ਰਿਸਪੌਂਸ ਸਟਾਈਲ ਦੇ ਵਿੱਚ ਇਹਨੂੰ ਗਾਇਆ ਜਾਂਦਾ ਸੀ। ਔਰ ਕਲੀਸਿਆ ਇਹਨੂੰ ਔਰ ਲਾਵੀ ਜਿਹੜੇ ਹਨ ਕਾਹਨ ਜਿਹੜੇ ਹਨ ਉਹ ਇਹਨੂੰ ਨਾਲ ਲੈ ਕੇ ਚੱਲਦੇ ਹਨ। ਸੋ ਥੀਜ਼ ਆਰ 2 ਹਿਸਟੋਰੀਕਲ ਬੈਕਗਰਾਉਂਡ ਕਿ ਜੀ ਕਿਸ ਮੌਕੇ 'ਤੇ ਇਹ ਜ਼ਬੂਰ ਨੂੰ ਗਾਇਆ ਜਾਂ ਪੇਸ਼ ਕੀਤਾ ਜਾਂਦਾ ਸੀ। ਅੱਛਾ, ਲੇਕਿਨ ਇਹਦੇ ਵਿੱਚ ਇੱਕ ਚੀਜ਼ ਜਿਹੜੀ ਹੈ ਨਾ ਉਹ ਬੜੀ ਇੰਪੋਰਟੈਂਟ ਹੈ, ਔਰ ਇਹ ਵੇ ਕਿ ਤੁਸੀਂ ਇਹ ਵੇਖੋਗੇ ਕਿ ਜਿਹੜਾ ਜ਼ਬੂਰ ਨਾ ਇਹਦੀ ਆਊਟਲਾਈਨ ਉਹ ਜਦੋਂ ਅਸੀਂ ਵੇਖਦੇ ਹਾਂ ਨਾ, ਖਾਸ ਤੌਰ 'ਤੇ ਪਹਿਲੀਆਂ ਜਿਹੜੀਆਂ 5 ਆਇਤਾਂ ਨੇ, ਦੈਟਸ ਇੰਟਰਸਟਿੰਗ, ਕਿਉਂਕਿ ਤੁਸੀਂ ਅਗਰ ਜ਼ਬੂਰ 15 ਖੋਲ ਕੇ ਰੱਖੋ ਔਰ ਉਹਦੇ ਬਾਅਦ ਜ਼ਬੂਰ 24 ਦੀਆਂ ਪਹਿਲੀਆਂ 4 ਆਇਤਾਂ ਅਗਰ ਤੁਸੀਂ ਵੇਖੋਗੇ ਤਾਂ ਤੁਹਾਨੂੰ ਲੱਗੇਗਾ ਕਿ ਜਿਵੇਂ ਕਾਪੀ ਪੇਸਟ ਹੋਇਆ ਹੋਇਆ ਹੈ, ਮਤਲਬ ਇਟ ਇਜ਼ ਅ ਸੇਮ ਕਨਸੈਪਟ ਰਿਪੀਟਡ ਬਾਏ ਦ ਸਾਮਿਸਟ। ਸੋ ਅਗਰ ਅਸੀਂ ਪੜ੍ਹੀਏ ਜ਼ਬੂਰ ਨੰਬਰ 15 ਔਰ ਜ਼ਬੂਰ 15 ਦੀ ਅਗਰ ਅਸੀਂ ਪਹਿਲੀਆਂ ਜਿਹੜੀਆਂ ਨਾ ਬਲਕਿ ਹੈ 5 ਆਇਤਾਂ ਨੇ, ਸੋ 5 ਆਇਤਾਂ ਸਿਸਟਰ ਜੋਤੀ ਅਗਰ ਤੁਸੀਂ ਪੜ੍ਹੋ ਹਾਂ ਤੇ ਫਿਰ ਅਸੀਂ ਵੇਖਦੇ ਹਾਂ ਕਿ ਪਹਿਲੀਆਂ 5 ਆਇਤਾਂ ਇਹ ਜ਼ਬੂਰ ਦੀਆਂ ਕਿਵੇਂ ਰੈਜ਼ੋਨੇਟ ਕਰਦੀਆਂ ਨੇ। ਹਾਂਜੀ, ਮੈਂ ਪੜਾਂਗੀ ਜ਼ਬੂਰ 15। ਇਹਦਾ ਮੇਨ ਟਾਈਟਲ ਹੈਗਾ ਆਦਰਸ਼ ਮਨੁੱਖ, ਦਾਊਦ ਦਾ ਭਜਨ। ਪਹਿਲੀ ਆਇਤ, हे ਪ੍ਰਭੂ ਤੇਰੇ ਮੰਦਰ ਵਿੱਚ ਕੌਣ ਠਹਿਰ ਸਕੇਗਾ, ਕੌਣ ਤੇਰੇ ਪਵਿੱਤਰ ਪਹਾੜ ਉੱਤੇ ਰਹਿ ਸਕੇਗਾ। ਹਾਂ, ਉਹ ਮਨੁੱਖ ਜੋ ਸਿੱਧੇ ਰਾਹ ਤੇ ਚੱਲਦਾ ਹੈ, ਜੋ ਭਲੇ ਕੰਮ ਕਰਦਾ ਹੈ, ਜੋ ਦਿਲੋਂ ਸੱਚ ਬੋਲਦਾ ਹੈ, ਜੋ ਆਪਣੇ ਮੂੰਹ ਨਾਲ ਚੁਗਲੀ ਨਹੀਂ ਕਰਦਾ, ਜੋ ਆਪਣੇ ਮਿੱਤਰ ਨਾਲ ਬੁਰਾਈ ਨਹੀਂ ਕਰਦਾ,
ਜੋ ਆਪਣੇ ਗੁਆਂਢੀ ਦੇ ਵਿਰੋਧ ਅਫਵਾਹਾਂ ਨਹੀਂ ਫੈਲਾਉਂਦਾ, ਜੋ ਅਧਰਮੀਆਂ ਨੂੰ ਤੁੱਛ ਸਮਝਦਾ ਹੈ, ਜੋ ਵੱਡੀ ਤੋਂ ਵੱਡੀ ਹਾਨੀ ਉਠਾ ਕੇ ਆਪਣਾ ਵਚਨ ਪੂਰਾ ਕਰਦਾ ਹੈ, ਜੋ ਉਧਾਰ ਬਿਨਾਂ ਵਿਆਜ ਲਏ ਦਿੰਦਾ ਹੈ, ਜੋ ਨਿਰਦੋਸ਼ੀ ਦੇ ਵਿਰੁੱਧ ਵੱਡੀ ਨਹੀਂ ਲੈਂਦਾ, ਇਹੋ ਜਿਹੇ ਕੰਮ ਕਰਨ ਵਾਲਾ ਮਨੁੱਖ ਹਮੇਸ਼ਾ ਅਟਲ ਰਹੇਗਾ। ਓਕੇ ਜੀ, ਤੁਸੀਂ ਜ਼ਬੂਰ 15 ਤੇ ਗੌਰ ਕੀਤਾ ਵੇ? ਇਟ ਇਜ਼ ਆਲ ਰਿਫਰਿੰਗ ਐਕਚੁਅਲੀ ਕਿ ਜੀ ਤੁਹਾਡੇ ਮਾਮਲਾਤ ਦੁਨੀਆ ਦੇ ਵਿੱਚ ਲੋਕਾਂ ਨਾਲ ਕਿਹੋ ਜਿਹੇ ਨੇ, ਠੀਕ ਹੈ। ਸੋ ਇਟ ਇਜ਼ ਐਕਚੁਅਲੀ ਮੋਰਲ ਐਂਡ ਐਥੀਕਲ ਕੋਡ, ਔਰ ਉਹ ਕੋਡ ਜਿਹੜਾ ਵੇ ਉਹ ਤੁਹਾਨੂੰ ਐਕਸੈਸ ਦਿੰਦਾ ਵੇ ਖੁਦਾ ਦੀ ਹਜ਼ੂਰੀ, ਖੁਦਾ ਦੇ ਮੰਦਰ, ਖੁਦਾ ਦੇ ਖੈਮੇ 'ਚ ਜਾਣ ਦੀ, ਕਿ ਤੁਹਾਡੇ ਮਾਮਲਾਤ ਤੁਹਾਡੇ ਵਰਗੇ ਹਮ ਜਿਨਸ ਇਨਸਾਨਾਂ ਨਾਲ ਕਿਹੋ ਜਿਹੇ ਨੇ। ਓਕੇ, ਅੱਛਾ ਵੇਖੋ ਕਿ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਇਬਾਦਤ ਕੋਈ ਨਹੀਂ, ਕੋਈ ਵਰਸ਼ਿਪ ਕੋਈ ਨਹੀਂ, ਕੋਈ ਆਫਰਿੰਗ ਕੋਈ ਹਦੀਆ ਕੁਛ ਵੀ ਨਹੀਂ ਹੈ। ਇਟਸ ਆਲ ਯੋਰ ਸੋਸ਼ਲ ਸਟੈਂਡਿੰਗ ਐਂਡ ਯੋਰ ਸੋਸ਼ਲ ਬਿਹੇਵੀਅਰ। ਓਕੇ, ਨਾਓ ਜ਼ਬੂਰ 24 ਤੇ ਜਦੋਂ ਅਸੀਂ ਆਉਂਦੇ ਹਾਂ ਤੇ ਜ਼ਬੂਰ 24 ਜਿਹੜਾ ਵੇ ਇਹਦੇ 3 ਹਿੱਸਿਆਂ 'ਚ ਇਹਨੂੰ ਅਸੀਂ ਤਕਸੀਮ ਕਰ ਸਕਦੇ ਹਾਂ। ਪਹਿਲੇ ਜਿਹੜੇ 2 ਆਇਤਾਂ ਨੇ ਉਹ 2 ਆਇਤਾਂ ਨੇ ਜਿਹੜੀਆਂ ਕਿ ਖੁਦਾ ਦੀ ਕਦੂਸੀਅਤ ਔਰ ਖੁਦਾ ਦੀ ਬਜ਼ੁਰਗੀ ਔਰ ਖੁਦਾ ਦਾ ਜਿਹੜਾ ਡੋਮੇਨ ਹੈ, ਖੁਦਾ ਦੀ ਜਿਹੜੀ ਹਕੂਮਤ ਹੈ, ਉਹਨੂੰ ਰਿਪਰੈਜ਼ੈਂਟ ਕਰਦੀਆਂ ਨੇ, ਠੀਕ ਹੈ। ਜਿਹੜੀਆਂ ਨੇ ਤੀਸਰੀ ਆਇਤ ਤੋਂ ਲੈ ਕੇ ਤੇ 6ਵੀਂ ਆਇਤ ਤੱਕ ਜਿਹੜਾ ਵੇ ਨਾ, ਇਹ ਐਕਚੁਅਲੀ ਅਗੇਨ ਇਟ ਇਜ਼ ਹੈਪੀਨੈਸ ਵਰਸਸ ਹੋਲੀਨੈਸ, ਯਾਨੀ ਅਗੇਨ ਤੁਹਾਡੇ ਮਾਮਲਾਤ ਲੋਕਾਂ ਦੇ ਨਾਲ ਔਰ ਫਿਰ ਖੁਦਾ ਦੇ ਨਾਲ ਕਿਵੇਂ ਨੇ। ਇੱਥੇ ਤੁਹਾਨੂੰ ਉੱਥੇ ਸਿਰਫ ਜਿਹੜਾ ਵੇ ਨਾ ਹੌਰੀਜ਼ੋਂਟਲ ਐਂਗਲ ਹੈ ਜ਼ਬੂਰ 15 ਦੇ ਵਿੱਚ, ਜਦਕਿ ਇੱਥੇ ਵਰਟੀਕਲ ਐਂਡ ਹੌਰੀਜ਼ੋਂਟਲ ਦੋਵੇਂ ਨੇ, ਕ੍ਰਾਸ ਬਣੀ ਹੋਈ ਹੈ, ਠੀਕ ਹੈ। ਉਹਦੇ ਬਾਅਦ ਜਿਹੜੀ 7ਵੀਂ ਤੋਂ ਲੈ ਕੇ ਤੇ 10ਵੀਂ ਆਇਤ ਹੈ ਨਾ, ਇਹ ਐਕਚੁਅਲੀ ਰਿਪਰੈਜ਼ੈਂਟ ਕਰਦੀ ਹੈ ਜਿਹੜਾ ਵੇ ਨਾ ਉਹ ਪੇਸ਼ ਕਰਦੀ ਹੈ ਜੀ ਵੈਲਕਮਿੰਗ ਟੂ ਦ ਲਾਰਡ ਇਨ ਦ ਟੈਂਪਲ, ਯਾਨੀ ਖੁਦਾਵੰਦ ਨੂੰ ਹੈਕਲ ਦੇ ਵਿੱਚ ਔਰ ਖੁਦਾ ਦੇ ਲੋਕਾਂ ਦੇ ਵਿੱਚ ਜਿਹੜਾ ਵੇ ਨਾ ਉਹਨੂੰ ਕਿਵੇਂ ਇੰਟਰੋਡਿਊਸ ਕਰਾਇਆ ਗਿਆ ਵੇ ਔਰ ਖੁਦਾ ਦੀ ਜ਼ਰੂਰਤ ਨੂੰ ਰੈਕਗਨਾਈਜ਼ ਕਿਵੇਂ ਕੀਤਾ ਗਿਆ ਹੈ, ਠੀਕ ਹੈ ਜੀ। ਸੋ ਇਸ ਲਈ ਇਹ ਜ਼ਬੂਰ ਨੂੰ ਜਿਹੜੇ ਸਕਾਲਰ ਨੇ ਰਾਇਲ ਸਾਮ ਕਹਿੰਦੇ ਨੇ, ਮਤਲਬ ਇਹ ਸ਼ਾਹੀ ਜ਼ਬੂਰ ਹੈ। ਕਿਉਂ? ਕਿਉਂਕਿ ਖੁਦਾ ਦੀ ਬਾਦਸ਼ਾਹੀ, ਖੁਦਾ ਦੀ ਹਕੂਮਤ, ਖੁਦਾ ਦੇ ਡੋਮੇਨ, ਖੁਦਾ ਦਾ ਕਿਰਦਾਰ ਔਰ ਖੁਦਾ ਦੀ ਜਿਹੜੀ ਪਾਵਰ ਹੈ, ਕੁਦਰਤ ਹੈ ਨਾ ਜਿਹੜੀ, ਉਹਨੂੰ ਐਕਚੁਅਲੀ ਰਿਪਰੈਜ਼ੈਂਟ ਕਰਦਾ ਹੈ। ਸੋ ਜਿਹੜੀ ਇੰਪੋਰਟੈਂਟ ਚੀਜ਼ ਹੈ ਨਾ ਇਹਦੇ ਵਿੱਚ ਉਹ ਬੜੀ ਇੰਟਰਸਟਿੰਗ ਹੈ। ਉਹ ਕੀ ਹੈ? ਪਹਿਲੀ ਜਿਹੜੀ ਆਇਤ ਨਾ ਦੈਟਸ ਇੰਟਰਸਟਿੰਗ, ਔਰ ਮੈਨੂੰ ਲੱਗਦਾ ਬੜੇ ਲੋਕਾਂ ਨੂੰ ਨਾ ਸ਼ਾਇਦ ਉਹ ਕਹਿਣ ਕਿ ਜੀ ਲਓ ਜੀ ਇਹ ਕੀ ਗੱਲ ਨਾ ਕਰ ਦਿੱਤੀ ਹੈ। ਤੁਸੀਂ ਵੇਖੋਗੇ ਪਹਿਲੀ ਆਇਤ ਕੀ ਕਹ ਰਹੀ ਹੈ ਜੀ, ਜ਼ਮੀਨ और उसकी मामूरी खुदावंद ही की है, जहान और उसके बाशिंदे भी। ओके, ਤੁਹਾਨੂੰ ਯਾਦ ਹੈ ਹਿਬਰੂ ਪੈਰਲਲਿਜ਼ਮ ਮੈਂ ਤੁਹਾਨੂੰ ਦੱਸਿਆ ਹੋਇਆ ਵੇ, ਠੀਕ ਹੈ ਨਾ। ਇਬਰਾਨੀ ਪੋਇਟਰੀ ਦਾ, ਇਬਰਾਨੀ ਸ਼ਾਇਰੀ ਜਿਹੜੀ ਹੈ ਉਹਦਾ ਇੱਕ ਬੜਾ ਮੇਨ ਫੀਚਰ ਕੀ ਹੈ? ਇੱਕ ਕਨਸੈਪਟ ਨੂੰ 2 ਵਰਬਸ ਦੇ ਨਾਲ ਮੁਖਤਲਿਫ ਅੰਦਾਜ਼ ਵਿੱਚ ਕੰਟਰਾਸਟ ਕਰਕੇ ਪੇਸ਼ ਕਰਨਾ, ਠੀਕ ਹੈ। ਕੰਪੈਰੀਜ਼ਨ ਐਂਡ ਕੰਟਰਾਸਟ, ਕਨਸੈਪਟ ਇੱਕ ਹੀ ਹੈ ਲੇਕਿਨ ਉਹਨੂੰ डबल करके रीफ्रेज किया गया है, ठीक है। सो ज़मीन और उसकी मामूरी, जहान और उसके बाशिंदे, ठीक हो गया। किधर ने जी? खुदा दे। ओके, नाउ ਹੁਣ ਜਿਹੜੇ ਲੋਕੀ ਸਿਰਫ ਆਪਣੀਆਂ ਅੱਖਾਂ ਤੇ ਆਪਣਾ ਦਿਮਾਗ ਤੇ ਆਪਣੇ ਸੋਚਾਂ ਸਿਰਫ ਅਸਮਾਨ ਤੇ ਲਾਈ ਰੱਖਦੇ ਨਾ, ਉਹ ਜੀ ਸਾਡਾ ਘਰ ਤੇ ਉੱਥੇ ਵੀ ਜੀ ਉੱਡ ਪੁੱਡ ਜਾਣਾ ਤੇ ਇਹ ਹੋ ਜਾਣਾ ਤੇ ਉਹ ਹੋ ਜਾਣਾ, ਜ਼ਮੀਨ ਤੇ ਕੁਛ ਨਹੀਂ ਪਿਆ ਹੋਇਆ ਤੇ ਜ਼ਮੀਨ ਸਾਰੀ ਬੇਕਾਰ ਹੈ, ਜਿੱਥੇ ਦਿਲ ਨਾ ਲਾਓ ਤੇ ਇਹ ਨਾ ਕਰੋ, ਮਤਲਬ ਇਟਸ ਆਲ ਨਲੀਫਾਈ। ਵਾਈ? ਕਿਉਂਕਿ ਖੁਦਾ ਦਾ ਇੰਟਰਸਟ, ਖੁਦਾ ਦੀ ਹਕੂਮਤ, ਖੁਦਾ ਦੀ ਜਿਹੜੀ ਨਜ਼ਰ ਹੈ ਉਹ ਕਿੱਥੇ ਰਹਿੰਦੀ ਹੈ? ਉਹ ਜ਼ਮੀਨ ਤੇ ਰਹਿੰਦੀ ਹੈ, ਠੀਕ ਹੈ। ਅੱਛਾ, ਕੁਝ ਲੋਕ ਐਸੇ ਨੇ ਜਿਨ੍ਹਾਂ ਨੇ ਫਿਰ ਆਪਣੇ ਸੋਸ਼ਲ ਔਰ ਸੇਕਰਡ ਲਾਈਫ ਨੂੰ ਕੀ ਕੀਤਾ ਹੋਇਆ? ਤਕਸੀਮ ਕੀਤਾ ਹੋਇਆ ਕਿ ਜੀ ਇਹ ਪ੍ਰੋਫੇਨ ਹੈ, ਇਹ ਸੇਕਰਡ ਹੈ, ਠੀਕ ਹੈ। ਕਿ ਜੀ ਇਹ ਟਾਈਮ ਜਿਹੜਾ ਵੇ ਨਾ, ਇਹ ਸਿਰਫ ਮੈਂ ਖੁਦਾ ਨੂੰ ਦੇਣਾ ਵੇ ਤੇ ਬਾਕੀ ਟਾਈਮ ਮੇਰੇ ਆਪਣੇ ਨੇ, ਮੈਂ ਜੋ ਮਰਜ਼ੀ ਲੁੱਚ ਤਲੀ ਜਾਵਾਂ, ਠੀਕ ਹੈ। ਮਤਲਬ ਦੈਟਸ ਨਾਟ ਅ ਕੇਸ ਹੇਅਰ। ਅਬਰਾਹਮ ਕਾਇਪਰ ਬੜਾ ਮਸ਼ਹੂਰ ਥਿਓਲੋਜੀਅਨ ਸੀ, ਡਚ ਥਿਓਲੋਜੀਅਨ। ਉਹਨੇ ਬੜੀ ਅੱਛੀ ਗੱਲ ਕੀਤੀ। ਉਹਨੇ ਕਿਹਾ ਜੀ ਐਵਰੀ ਸਕੁਅਰ ਇੰਚ, ਤੁਹਾਨੂੰ ਪਤਾ ਸਕੁਅਰ ਇੰਚ ਕੀ ਹੁੰਦਾ? ਸਕੁਅਰ ਇੰਚ ਏਡਾ ਕੋਈ ਇੰਚੀ ਨਹੀਂ ਹੁੰਦੀ ਜਿਨ੍ਹਾਂ ਲੋਕਾਂ ਨੂੰ ਇੰਚੀ ਟੇਪ ਦਾ ਪਤਾ ਹੈ। ਦੇ ਨੋ ਕਿ ਹਾਊ ਬਿਗ ਇਜ਼ ਇੰਚੀ ਟੇਪ, ਇਟਸ ਸਮਾਲ ਐਕਚੁਅਲੀ ਹੈ। And every square inch on this earth belongs to God. It's under the lordship of Jesus Christ. ਇਹਦਾ ਮਤਲਬ ਕੀ ਹੋਇਆ ਕਿ ਦੁਨੀਆ ਤੇ ਜਿੰਨੇ ਮਾਮਲਾਤ ਨੇ, ਜਿੰਨਿਆਂ 'ਚ ਖੁਦਾ ਦੇ ਲੋਕ ਇੰਗੇਜ ਹੁੰਦੇ ਨੇ, ਭਾਵੇਂ ਉਹ ਇਨਵਾਇਰਮੈਂਟ ਹੈ, ਐਜੂਕੇਸ਼ਨ ਹੈ, ਬਿਜ਼ਨਸ ਹੈ, ਐਂਟਰਟੇਨਮੈਂਟ ਹੈ, ਦੁਨੀਆ ਦਾ ਕੋਈ ਵੀ ਕੰਮ ਦੁਨੀਆ ਤੇ ਹੋ ਰਿਹਾ ਵੇ, ਉਹ ਖੁਦਾ ਦੀ ਹਕੂਮਤ, ਖੁਦਾ ਦੇ ਇਖਤਿਆਰ ਔਰ ਖੁਦਾ ਦੀ ਹਜ਼ੂਰੀ ਤੋਂ ਖਾਲੀ ਨਹੀਂ ਹੈ। ਗॉड इज़ देयर, खुदा का इख्तियार और है वे।
ਸੋ ਖੁਦਾ ਦੇ ਲੋਕਾਂ ਦੀ ਹੁਣ ਇਹ ਜ਼ਿੰਮੇਵਾਰੀ ਹੈ ਕਿ ਉਹ ਭਾਵੇਂ ਉਹ ਐਜੂਕੇਸ਼ਨਲ ਸਰਕਲ ਹੈ, ਭਾਵੇਂ ਬਿਜ਼ਨਸ ਸਰਕਲ ਹੈ, ਭਾਵੇਂ ਐਂਟਰਟੇਨਮੈਂਟ ਸਰਕਲ ਹੈ, ਭਾਵੇਂ ਦੁਨੀਆ ਦਾ ਕੁਛ ਵੀ ਸਰਕਲ ਹੈ ਜਿੱਥੇ ਜਿੱਥੇ ਕੰਮ ਹੋ ਰਹੇ ਨੇ ਦੁਨੀਆ ਦੇ ਵਿੱਚ, ਉਹ ਉੱਥੇ ਖੁਦਾ ਦੀ ਬਾਦਸ਼ਾਹੀ ਔਰ ਉੱਥੇ ਖੁਦਾ ਦੀ ਗਵਾਹੀ ਨੂੰ ਕੀ ਕਰਨ, ਕਾਇਮ ਕਰਨ। ਤੁਹਾਨੂੰ ਕਿੰਨੇ ਲੋਕਾਂ ਨੂੰ ਪਤਾ ਹੋਵੇ ਕਿ ਹਾਲੀਵੁੱਡ ਦੇ ਵਿੱਚ ਕਿੰਨੇ ਕ੍ਰਿਸਚਨ ਲੋਕ ਕੰਮ ਕਰਦੇ ਨੇ। ਆਲਦੋ ਵੀ ਸੇ ਦੈਟ ਕਿ ਜੀ ਹਾਲੀਵੁੱਡ ਜਾਂ ਕੈਲੀਫੋਰਨੀਆ ਜਿਹੜਾ ਵੇ ਬੜੀ ਹਾਰਡ ਜ਼ਮੀਨ ਹੈ, ਲਾਸ ਵੇਗਸ ਸਿਨ ਸਿਟੀ ਹੈ, ਤੇ ਮਾਰ ਆਪਣਾ ਵਲਗੈਰਿਟੀ ਹੈ, ਤੇ ਮਾਰ ਆਪਣਾ ਹਾਲੀਵੁੱਡ ਭਰਿਆ ਪਿਆ ਵੇ। ਦੀਜ਼ ਆਰ ਦਾ ਫੋਰਸਿਸ ਜਿੱਥੇ ਡਾਰਕਨੈਸ ਦਾ ਗ੍ਰਿਪ ਹੈ, ਠੀਕ ਹੈ। ਡਾਰਕਨੈਸ ਦੀ ਗ੍ਰਿਪ ਕਿਉਂ ਹੈ? ਕਿਉਂਕਿ ਜਿਹੜੇ ਲਾਈਟ ਬੇਅਰਰ ਨੇ ਦੇ ਆਰ ਨਾਟ ਪ੍ਰੋਕਲੇਮਿੰਗ ਗॉड्स ਪਾਵਰ ਐਂਡ ਅਥਾਰਟੀ ਓਵਰ ਦੇਅਰ, ਇਸ ਲਈ ਡਾਰਕਨੈਸ ਉੱਥੇ ਵੇ। So every domain, every square inch belong to God. ਅੱਛਾ, ਇਹ ਆਇਤ ਨੂੰ ਪੌਲੁਸ ਰਸੂਲ ਨੇ ਵੇਖੋ ਕਿਸੇ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਵੇ, ਠੀਕ ਹੈ। ਤੁਹਾਨੂੰ ਹੈਰਾਨਗੀ ਹੋਏਗੀ ਕਿ ਪੌਲੁਸ ਰਸੂਲ ਨੇ ਇਸ ਆਇਤ ਨੂੰ ਇੱਕ ਬੜੇ ਕੰਟਰੋਵਰਸ਼ੀਅਲ ਸਬਜੈਕਟ ਦੇ ਲਈ ਉਹਨੂੰ ਕੋਡ ਕੀਤਾ ਵੇ। ਤੁਸੀਂ ਆਖੋਗੇ ਯਾਰ ਇਹ ਗੱਲ ਮਤਲਬ ਇਹ ਕਿਵੇਂ ਪੌਲੁਸ ਰਸੂਲ ਨੇ ਗੱਲ ਕਰ ਦਿੱਤੀ ਹੈ, ਠੀਕ ਹੈ। ਓਕੇ, ਲੈਟਸ ਗੋ ਟੂ 1 Corinthians chapter 10 verse 26। ਪਹਿਲਾ ਕਰੰਥੀਓ, ਅੰਕਲ ਜੋਸ਼ua ਪੜ੍ਹੋ ਜ਼ਰਾ। चैप्टर 10 पहला करंथियों बल्कि तो यानी करो 3 आयत तो पढ़ो। अंकल जी अपना माइक अनम्यूट कर लो। मैं पढ़ांगा पहला करंथियों ਉਹਦਾ 10ਵਾਂ ਬਾਬ 23 ਤੋਂ 26 28 ਆਇਤ ਤੱਕ। ਸਾਰੀਆਂ ਵਸਤਾਂ ਉਚਿਤ ਹਨ ਪਰ ਸਭੇ ਲਾਭਦਾਇਕ ਨਹੀਂ। ਸਾਰੀਆਂ ਵਸਤਾਂ ਉਚਿਤ ਹਨ ਪਰ ਸਭੇ ਗੁਣਕਾਰ ਨਹੀਂ। ਕੋਈ ਆਪਣੇ ਹੀ ਨਹੀਂ ਸਗੋਂ ਦੂਏ ਦੇ ਭਲੇ ਲਈ ਯਤਨ ਕਰੇ। ਜੋ ਕੁਝ ਕਸਾਈਆਂ ਦੀ ਹੱਟੀ ਵਿੱਚ ਵਿਕਦਾ ਹੈ ਸੋ ਖਾਓ ਅਤੇ ਅੰਤःਕਰਨ ਦੇ ਕਾਰਨ ਕੋਈ ਗੱਲ ਨਾ ਪੁੱਛੋ, ਕਿਉਂ ਜੋ ਪ੍ਰਿਥਵੀ ਅਤੇ ਜੋ ਕੁਝ ਉਸ ਵਿੱਚ ਭਰਿਆ ਹੋਇਆ ਹੈ ਸੋ ਪ੍ਰਭੂ ਦਾ ਹੈ। ਜੇ ਬੇਪਰ ਨਿਯਮਦਾ ਦੇਵੇ ਅਤੇ ਤੁਹਾਡਾ ਤਾਂ ਜੋ ਕੁਝ ਤੁਹਾਡੇ ਅੱਗੇ ਪਰੋਸਿਆ ਜਾਵੇ ਖਾ ਲਵੋ ਅਤੇ ਅੰਤਹਾ ਕੋਈ ਤੁਹਾਨੂੰ ਆਖੇ ਭਈ ਇਹ ਪੇਂਟ ਕਰਕੇ ਚੜਾਈ ਗਈ ਸੀ ਤਾਂ ਉਸ ਦੱਸਣ ਵਾਲੇ ਦੇ ਕਾਰਨ ਅਤੇ ਅੰਤਹਾ ਕਰਨ ਦੇ ਕਾਰਨ ਨਾ ਖਾਓ। ਓਕੇ ਜੀ, ਫੂਡ ਇਸ਼ੂ, ਹਲਾਲ ਹਰਾਮ, ਆਹ ਨਹੀਂ ਖਾਣਾ, ਇਹ ਨਹੀਂ ਖਾਣਾ, ਉਹਨੂੰ ਹੱਥ ਲਾਣਾ, ਇਹ ਤੇ ਉਹ ਤੇ ਮਤਲਬ ਅਜੀਬ ਲੋਕਾਂ ਨੇ ਨਾ ਲੋਕ ਮਤਲਬ ਆਵਾਮ ਨੂੰ, ਕਾਮਨ ਲੋਕਾਂ ਨੂੰ ਅਜੀਬ ਕਨਫਿਊਜ਼ਨ ਵਿੱਚ ਪਾਇਆ ਹੋਇਆ ਹੈ, ਠੀਕ ਹੈ। ਅਸੀਂ ਚੂੰਕਿ ਜਿਨ੍ਹਾਂ ਮੁਲਕਾਂ 'ਚ ਆਉਂਦੇ ਹਾਂ ਜਿਹੜੇ ਨਾਨ ਕ੍ਰਿਸਚਨ ਮਜ਼ਹਬ ਨੇ, ਭਾਵੇਂ ਇੰਡੀਆ ਵਿੱਚ ਜਿੱਥੇ ਮੈਜੋਰਿਟੀ ਹਿੰਦੂ ਹੈ, ਭਾਵੇਂ ਪਾਕਿਸਤਾਨ ਜਿੱਥੇ ਮੈਜੋਰਿਟੀ ਇਸਲਾਮ ਹੈ, ਔਰ ਕੋਈ ਵੀ ਹੈ, ਅਸੀਂ ਹਲਾਲ ਹਰਾਮ ਦੇ ਚੱਕਰਾਂ 'ਚ ਬੜੇ ਪਏ ਰਹਿੰਦੇ ਹਾਂ, ਠੀਕ ਹੈ। ਇਸ ਲਈ ਅਸੀਂ ਆਪਣੇ ਕਲਚਰ ਤੋਂ ਬੜਾ ਇਨਫਲੂਐਂਸ ਹੁੰਦੇ ਹਾਂ। ਲੇਕਿਨ ਪੌਲੁਸ ਰਸੂਲ ਜਦੋਂ ਇੱਥੇ ਕਰੰਥਸ ਦੀ ਕਲੀਸਿਆ ਨੂੰ ਖਤ ਲਿਖਦਾ ਨਾ, ਕਰੰਥਸ ਵਾਜ਼ ਆਲਸੋ ਅ ਇੰਟਰਨੈਸ਼ਨਲ ਸਿਟੀ, ਮਲਟੀ ਲਿੰਗੁਇਸਟਿਕ, ਮਲਟੀ ਕਲਚਰਲ, ਠੀਕ ਹੈ। ਔਰ ਉੱਥੇ ਕੁਰਬਾਨੀਆਂ ਇਹ ਬੜੇ ਜਦੋਂ ਸਾਡੇ ਈਦ ਹੁੰਦੀ ਹੈ ਨਾ, ਸਾਡੇ ਮੁਸਲਮਾਨ ਦੋਸਤਾਂ ਦੀ ਜਦੋਂ ਹੁੰਦੀ ਹੈ, ਈਦ ਉਲ ਜ਼ਹਾ ਹੁੰਦੀ ਹੈ, ਕੁਰਬਾਨੀ ਦੀ ਜਦੋਂ ਹੁੰਦੀ ਹੈ, ਉਦੋਂ ਬੜੀ ਡਿਬੇਟ ਸ਼ੁਰੂ ਹੋ ਜਾਂਦੀ ਹੈ ਜੀ ਕੁਰਬਾਨੀ ਦਾ ਗੋਸ਼ਤ ਨਹੀਂ ਖਾਣਾ, ਤੇ ਫਲਾਣਾ ਨਹੀਂ ਖਾਣਾ, ਤੇ ਇਹ ਨਹੀਂ ਖਾਣਾ, ਤੇ ਉਹ ਨਹੀਂ ਖਾਣਾ। ਪੌਲੁਸ ਰਸੂਲ ਇੱਥੇ ਸਾਫ਼ ਕਲੀਅਰ ਕਹਿਣ ਡਿਆ ਵੇ ਕਿ ਜੀ ਐਕਚੁਅਲੀ ਉਹ ਇੱਥੇ ਜਿਹੜੀ ਗੱਲ ਕਰਨ ਡਿਆ ਵੇ ਨਾ, ਉਹ ਹੈ ਵੇ ਕਿ ਟੈਕਨੀਕਲੀ, ਥਿਓਲੋਜੀਕਲੀ, ਬਿਬਲੀਕਲੀ ਵੇਖਿਆ ਜਾਏ ਤੇ ਜ਼ਮੀਨ ਤੇ ਉਹਦੀ ਸਾਰੀ ਮਾਮੂਰੀ ਕਿਹਦੀ ਹੈ? ਖੁਦਾ ਦੀ। ਉਹਨੇ ਜ਼ਬੂਰ 24 ਦੀ ਪਹਿਲੀ ਆਇਤ ਕੋਟ ਕੀਤੀ, ਡਾਇਰੈਕਟ ਕੋਟੇਸ਼ਨ ਇੱਥੇ, ਠੀਕ ਹੈ, ਡਾਇਰੈਕਟ ਕੋਟ, ਠੀਕ ਹੈ। ਔਰ ਉਹਨੇ ਇਹਨੂੰ ਅਪਲਾਈ ਕਿਹਦੇ ਤੇ ਕੀਤਾ ਵੇ? ਫੂਡ ਤੇ, ਠੀਕ ਹੈ। ਕਹਿੰਦਾ ਕਿ ਤੁਸੀਂ ਜੋ ਕੁਛ ਤੁਹਾਡੇ ਅੱਗੇ ਦੋਵੇਂ ਚੀਜ਼ਾਂ ਦਿੱਤੀਆਂ ਉਹਨੇ। ਸੋ ਮੈਂ ਉਹਦੀ ਡਿਟੇਲ ਨਹੀਂ ਜਾਵਾਂ ਕਿਉਂਕਿ ਸਾਡਾ ਸਬਜੈਕਟ ਹੈ ਨਹੀਂ ਹੈ ਇਸ ਵੇਲੇ, ਲੇਕਿਨ ਜਿਹੜੀ ਮੈਂ ਗੱਲ ਐਕਚੁਅਲੀ ਪੁਆਇੰਟ ਇੱਥੇ ਦੇਣਾ ਚਾਹ ਰਿਹਾ ਵਾਂ ਉਹ ਕੀ ਹੈ? ਖੁਦਾਵੰਦ ਯਿਸੂ ਮਸੀਹ ਨੇ ਵੀ ਕਿਹਾ ਸੀ ਕਿ ਜਿੰਨੀਆਂ ਚੀਜ਼ਾਂ ਖੁਦਾ ਨੇ ਖਾਣ ਲਈ ਪੈਦਾ ਕੀਤੀਆਂ ਨੇ ਉਹਨਾਂ ਨੂੰ ਖੁਦਾਵੰਦ ਯਿਸੂ ਮਸੀਹ ਨੇ ਬਰਕਤ ਦਿੱਤੀ, ਠੀਕ ਹੈ। ਪੌਲੁਸ ਕਹਿੰਦਾ ਹੈ ਕਿ ਜਦੋਂ ਤੁਸੀਂ ਖੁਦਾ ਦਾ ਨਾਂ ਲੈਂਦੇ ਹੋ, ਦੁਆ ਕਰਦੇ ਹੋ, ਉਹ ਚੀਜ਼ ਤੁਹਾਡੇ ਵਾਸਤੇ ਕੀ ਹੋ ਜਾਂਦੀ ਹੈ? ਪਾਕ ਹੋ ਜਾਂਦੀ ਹੈ। ਪਾਕੀ ਨਾਪਾਕੀ, ਹਲਾਲ ਹਰਾਮ ਇਟਸੈਲਫ ਕੋਈ ਚੀਜ਼ ਨਹੀਂ ਹੈ। ਹਾਂ, ਜਿਹੜਾ ਉਹਨੂੰ ਸਮਝਦਾ ਨਾ ਉਹਦੇ ਲਈ ਹੈ ਸਿਰਫ। ਐਕਚੁਅਲੀ ਆਬਜੈਕਟ ਫੂਡ ਇਜ਼ ਨਥਿੰਗ, ਖਾਣਾ ਜਾਂ ਪੀਣਾ ਕੁਛ ਵੀ ਹੈ।
ਇਸ ਲਈ ਵੇਖੋ ਕਿ ਖੁਦਾਵੰਦ ਯਿਸੂ ਮਸੀਹ ਨੇ ਇਹਨੂੰ ਇੱਕ ਹੋਰ ਤਰੀਕੇ ਨਾਲ ਕਲੀਅਰ ਕੀਤਾ, ਔਰ ਕਿਵੇਂ ਕੀਤਾ ਕਿ ਜੋ ਚੀਜ਼ ਬਾਹਰੋਂ ਅੰਦਰ ਜਾਂਦੀ ਏ, ਯਾਨੀ ਖਾਣ ਪੀਣ ਵਾਲੀਆਂ ਸ਼ੈਵਾਂ, ਉਹ ਬੰਦੇ ਨੂੰ ਹਲਾਲ ਜਾਂ ਹਰਾਮ ਨਹੀਂ ਬਣਾਉਂਦੀਆਂ। ਦੈਟਸ ਕੰਜ਼ਿਊਮ, ਦੈਟ ਡਾਈਜੈਸਟਡ। ਜਿਹੜੀਆਂ ਅੰਦਰੋਂ ਬਾਹਰ ਨਿਕਲਦੀਆਂ ਨੇ ਉਹ ਬੰਦੇ ਨੂੰ ਐਕਚੁਅਲੀ ਖਰਾਬ ਕਰਦੀਆਂ ਨੇ। ਔਰ ਅੱਗੇ ਲੰਬੀ ਲਿਸਟ ਇੱਕ। ਸੋ ਟੈਕਨੀਕਲੀ ਖੁਦਾ ਦੀ ਜ਼ਮੀਨ ਤੇ ਐਵਰੀ ਸਕੁਏਅਰ ਇੰਚ ਬਿਲੋਂਗ ਟੂ ਗਾਡ। ਔਰ ਖੁਦਾ ਦੇ ਲੋਕੀ ਉਹ ਦੁਨੀਆ 'ਚ ਕਿਤਲੇ ਵੀ ਹੋਣ, ਦੇ ਸੀ ਦੈਟ ਦਿਸ ਇਜ਼ ਬਿਲੋਂਗ ਟੂ ਗਾਡ। ਇਹਦਾ ਮਾਲਕ, ਇਹਦਾ ਖਾਲਕ, ਇਹਦਾ ਬਣਾਉਣ ਵਾਲਾ, ਸਸਟੇਨ ਕਰਨ ਵਾਲਾ, ਪ੍ਰੋਵਾਈਡ ਕਰਨ ਵਾਲਾ ਕੌਣ ਹੈ? ਉਹ ਖੁਦਾ ਹੈ। ਔਰ ਇਸ ਲਈ ਸਾਨੂੰ ਸ਼ੁਕਰਗੁਜ਼ਾਰੀ ਦੇ ਨਾਲ ਕੀ ਕਰਨਾ ਚਾਹੀਦਾ? ਉਹਨੂੰ ਕਬੂਲ ਕਰਨਾ ਚਾਹੀਦਾ ਹੈ। ठीक है जी। अच्छा, दूजी आयत है जी, क्योंकि उसने समुद्रों पर उसकी बुनियाद रखी और सैलाबों पर उसे कायम किया। ओके जी, ਅਸੀਂ ਵੇਖਦੇ ਹਾਂ ਕਿ ਦਾਊਦ ਜਿਹੜਾ ਵੇ ਇੱਥੇ ਉਹ ਜਿਹੜੀ ਸ਼ਰੀਅਤ ਹੈ ਔਰ ਜਿਹੜੀ ਪੈਦਾਇਸ਼ ਦੀ ਪਹਿਲੀ ਕਿਤਾਬ ਹੈ, ਕਿਉਂਕਿ ਜ਼ਬੂਰ ਦੀ ਪਹਿਲੀ ਕਿਤਾਬ ਅਸੀਂ ਉਹਦੇ ਵਿੱਚੋਂ ਗੁਜ਼ਰਨ ਰਹੇ ਹਾਂ। ਇਟ ਆਲ ਰਿਪਰੈਜ਼ੈਂਟ ਬੁੱਕ ਆਫ ਜੈਨੇਸਿਸ। ਕੀ ਜੈਨੇਸਿਸ ਦਾ ਨਾਂ ਲਿਆ ਸੀ ਤੁਸੀਂ ਪੰਜਾਬੀ 'ਚ? ਕੀ ਸੀ ਸਿਸਟਰ ਜੋਤੀ? ਉਤਪਤੀ। ਉਤਪਤੀ, ਠੀਕ ਹੈ ਜੀ। ਪੈਦਾਇਸ਼ ਦੀ ਕਿਤਾਬ ਉਰਦੂ ਵਿੱਚ, ਜੈਨੇਸਿਸ ਅੰਗਰੇਜ਼ੀ 'ਚ, ਤੇ ਪੰਜਾਬੀ 'ਚ ਉਤਪਤੀ ਜਿਹੜੀ ਕਿਤਾਬ ਹੈ। ਉਹਦੇ 'ਚ ਅਸੀਂ ਵੇਖਦੇ ਹਾਂ ਕਿ ਖੁਦਾ ਨੇ ਪਾਣੀਆਂ ਨੂੰ ਅਲੱਗ ਕੀਤਾ। ਸੋ ਦਾਊਦ ਇੱਥੇ ਰਿਫਰ ਕਰਨ ਡਿਆ ਵੇ ਐਜ਼ ਜ਼ਬੂਰ ਨੂੰ ਕ੍ਰੀਏਸ਼ਨ ਸਟੋਰੀ ਦੇ ਨਾਲ। ਸੋ ਉਹ ਸਾਰਾ ਕ੍ਰੀਏਸ਼ਨ ਆਰਡਰ ਪੈਦਾਇਸ਼ ਦੀ ਕਿਤਾਬ ਦਾ, ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਲੈ ਕੇ ਸਮੁੰਦਰ ਤੇ ਪਾਣੀ, ਹਰ ਚੀਜ਼ ਜਿਹੜਾ ਵੇ ਉਹਨੂੰ ਉੱਥੇ ਰਿਫਰ ਕਰਨ ਡਿਆ ਵੇ। ਓਕੇ, ਨਾਓ ਸੈਕੰਡ ਪਾਰਟ, ਤੀਸਰੀ ਆਇਤ ਤੋਂ ਲੈ ਕੇ 6ਵੀਂ ਆਇਤ ਤੱਕ, ਠੀਕ ਹੈ ਜੀ। ਹੁਣ ਚੂੰਕਿ ਜਿਹੜਾ ਜ਼ਬੂਰ ਹੈ, ਮੈਂ ਬਾਰ-ਬਾਰ ਜ਼ਿਕਰ ਕਰਨਾ ਵਾ ਕਿ ਖੁਦਾਵੰਦ ਯਿਸੂ ਮਸੀਹ ਦੀ ਪੈਦਾਇਸ਼ ਤੋਂ 450-500 ਸਾਲ ਪਹਿਲਾਂ 150 ਜ਼ਬੂਰ ਕੀ ਹੋ ਚੁੱਕੇ ਸਨ? ਕਲੋਜ਼, ਡਨ, ਠੀਕ ਹੈ। ਸੋ ਜ਼ਬੂਰ 24 ਜਿਹੜਾ ਵੇ, ਜਦੋਂ ਅਸੀਂ ਇਹਨੂੰ ਪੜ੍ਹਦੇ ਹਾਂ ਉਹਦੇ ਹਿਸਟੋਰੀਕਲ ਕੰਟੈਕਸਟ ਦੇ ਵਿੱਚ, ਸਾਨੂੰ ਫਿਰ ਜਿਊਇਸ਼ ਅੰਡਰਸਟੈਂਡਿੰਗ ਪਹਿਲਾਂ ਸਮਝਣੀ ਪਏਗੀ ਕਿ ਵਾਟ ਵਾਜ਼ ਦ ਰਬੈਨਿਕਲ ਜਿਊਇਸ਼ ਅੰਡਰਸਟੈਂਡਿੰਗ, ਠੀਕ ਹੈ। ਸੋ ਜਦੋਂ ਅਸੀਂ ਜਿਊਇਸ਼ ਅੰਡਰਸਟੈਂਡਿੰਗ ਪੜ੍ਹਨੇ ਆ ਜੀ, ਸੋ ਤੁਸੀਂ ਇੱਥੇ ਵੇਖੋਗੇ ਇੱਥੇ ਮੋਰਲ ਔਰ ਖੁਦਾ ਦੀ ਜਿਹੜੀ ਐਥੀਕਲ ਸ਼ਰੀਅਤ ਹੈ ਨਾ, ਉਹਨੂੰ ਇੱਥੇ ਪਹਿਲਾਂ ਪੇਸ਼ ਕੀਤਾ ਗਿਆ ਵੇ। ਉਹ ਕੀ ਹੈ? लिखा जी, खुदावंद के पहाड़ पर कौन चढ़ेगा और उसके मुकद्दस मकाम पर कौन खड़ा होगा? ओके जी। सो वेखण दे किन्ने सवाल ने, एक ही गल नूं दो अंदाज दे नाल, ठीक है। पहाड़ ते और खुदावंद के मुकद्दस मकाम पर। ओके, वाई माउंटेन एंड वाई होली प्लेस, ठीक है। ਅਗਰ ਅਸੀਂ ਇਹਨੂੰ ਰਿਲੇਟ ਕਰੀਏ ਨਾ ਇਸ ਆਇਤ ਨੂੰ, ਤੁਸੀਂ ਵੇਖੋਗੇ ਕਿ ਜੀ ਅਗਰ ਤੁਸੀਂ ਖਰੂਜ 19 ਬਾਬ ਔਰ ਉਹਦੀ ਚੌਥੀ ਤੇ 6ਵੀਂ ਆਇਤ, ਜਿਹੜੀ ਚੌਥੀ ਤੇ 5ਵੀਂ ਆਇਤ, ਉਹ ਔਰ ਉਹਦੇ ਨਾਲ ਜਿਹੜਾ ਵੇ ਨਾ ਪ੍ਰਕਾਸ਼ ਦੀ ਪੋਥੀ, ਸਹੀ ਕਿਹਾ ਮੈਂ? ਰੈਵਲੇਸ਼ਨ ਪਹਿਲੇ ਬਾਬ ਚੌਥੀ 6ਵੀਂ ਆਇਤ, ਇੱਕ ਜਣਾ ਖਰੂਜ ਕੱਢ ਲਵੇ ਐਗਜ਼ਡਸ 19 4 ਤੋਂ 5 4 ਤੋਂ 6, ਤੇ ਇੱਕ ਜਣਾ ਮੁਕਾਸ਼ਫਾ ਇੱਕ ਪਹਿਲਾ ਬਾਬ 4 ਤੋਂ 6। ਵੇਖੋ ਇੱਥੇ ਜਿਹੜਾ ਵੇ ਨਾ ਪਹਾੜ ਔਰ ਜਿਹੜੀ ਨਾ ਖੁਦਾ ਦੀ ਜਿਹੜੀ ਪਾਵਰ ਹੈ, ਖੁਦਾ ਦੀ ਅਥਾਰਟੀ ਜਿਹੜੀ ਹੈ ਔਰ ਪਾਕ ਮਕਾਮ, ਉਹਨੂੰ ਇੱਥੇ ਕੀ ਕਿਹਾ ਗਿਆ? ਹਾਂਜੀ, ਹਵਾਲਾ ਦੱਸ ਕੇ ਪੜ੍ਹ ਲਓ ਜੀ। ਮੈਂ ਪ੍ਰਕਾਸ਼ ਦੀ ਪੋਥੀ ਉਹਦਾ ਪਹਿਲਾ ਬਾਬ ਚੌਥੀ ਤੋਂ 6ਵੀਂ ਆਇਤ ਤੱਕ ਪੜਾਂਗਾ। ਲਿਖਤਮ ਯਹੂਨਾ ਅੱਗੇ ਜੋਗ ਉਹਨਾਂ 7 ਕਲੀਸਿਆਂ ਨੂੰ ਜਿਹੜੀਆਂ ਅਸੀਆ ਵਿੱਚ ਹਨ, ਉਹਦੀ ਵੱਲੋਂ ਜਿਹੜਾ ਹੈ ਅਤੇ ਜਿਹੜਾ ਹੈ ਸੀ ਅਤੇ ਜਿਹੜਾ ਆਉਣ ਵਾਲਾ ਹੈ, ਕਿਰਪਾ ਅਤੇ ਸ਼ਾਂਤੀ ਤੁਹਾਨੂੰ ਹੋਵੇ। ਨਾਲੇ ਉਹਨਾਂ 7 ਆਤਮਿਆਂ ਦੀ ਵੱਲੋਂ ਜਿਹੜੇ ਉਹਦੇ ਸਿੰਘਾਸਨ ਦੇ ਅੱਗੇ ਹਨ, ਨਾਲੇ ਯਿਸੂ ਮਸੀਹ ਦੀ ਵੱਲੋਂ ਜਿਹੜਾ ਸੱਚਾ ਗਵਾਹ ਅਤੇ ਮੁਰਦਿਆਂ ਵਿੱਚੋਂ ਜੇਠਾ ਅਤੇ ਧਰਤੀ ਦੇ ਰਾਜਿਆਂ ਦਾ ਹਾਕਮ ਹੈ, ਉਹਦਾ ਜਿਹੜਾ ਸਾਡੇ ਨਾਲ ਪ੍ਰੇਮ ਕਰਦਾ ਹੈ ਅਤੇ ਜਿਹਨੇ ਸਾਨੂੰ ਆਪਣੇ ਲਹੂ ਨਾਲ ਸਾਡੇ ਪਾਪਾਂ ਤੋਂ ਛੁਡਾ ਦਿੱਤਾ, ਅਤੇ ਉਸਨੇ ਸਾਨੂੰ ਇੱਕ ਪਾਤਸ਼ਾਹੀ ਬਣਾਇਆ ਭਈ ਅਸੀਂ ਉਹਦੇ ਪਰਮੇਸ਼ਵਰ ਅਤੇ ਪਿਤਾ ਲਈ ਜਾਜਕ ਬਣੀਏ। ਉਸੇ ਦੀ ਮਹਿਮਾ ਅਤੇ ਪਰਾਕਰਮ ਜੁਗੋ ਜੁਗ ਹੋਵੇ, ਆਮੀਨ। ਥੈਂਕ ਯੂ ਜੀ। ਤਾਂ ਵੇਖਿਆ ਜੀ, ਖੁਦਾ ਦੀ ਬਾਦਸ਼ਾਹੀ ਨਾ ਸਿਰਫ ਇਹ ਕਿ ਖੁਦਾ ਦੀ ਬਾਦਸ਼ਾਹੀ ਹੈ, ਬਲਕਿ ਖੁਦਾ ਦੀ ਬਾਦਸ਼ਾਹੀ ਅੱਗੇ ਡੈਲੀਗੇਟ ਕੀਤੀ ਗਈ ਹੈ ਖੁਦਾ ਦੇ ਲੋਕਾਂ ਨੂੰ, ਐਂਡ ਦੇ ਬਿਕਮ ਰਾਇਲ ਪ੍ਰੀਸਟਹੁੱਡ। ਓਕੇ, ਕਿਹੜੀ ਕਹਾਣਤ ਮਿਲੀ ਹੈ? ਸ਼ਾਹੀ ਕਹਾਣਤ। ਕਿਉਂ?
ਕਿਉਂਕਿ ਖੁਦਾ ਦੀ ਬਾਦਸ਼ਾਹੀ ਨੂੰ ਅਸੀਂ ਰਿਪਰੈਜ਼ੈਂਟ ਕਰਨਾ ਹੈ ਨਾ। ਇਹ ਤੇ ਸਾਨੂੰ ਨਜ਼ਰ ਆਉਣ ਡਿਆ ਵੇ ਯਹੋਨਾ ਦੇ ਮੁਕਾਸ਼ਫੇ ਦੇ ਵਿੱਚ, ਲੇਕਿਨ ਯਹੋਨਾ ਦੇ ਮੁਕਾਸ਼ਫੇ ਦੇ ਵਿੱਚ ਇਹ ਕਨਸੈਪਟ, ਇਹ ਆਈਡੀਆ ਜਿਹੜਾ ਸੀ, ਇਹ ਖੁਦਾ ਨੇ ਉਦੋਂ ਪਹਿਲਾਂ ਕਿਹਨੂੰ ਦਿੱਤਾ? ਲੈਟਸ ਗੋ ਟੂ ਐਗਜ਼ੋਡਸ। ਹਾਂਜੀ, ਮੈਂ ਪੜਾਂਗੀ ਖਰੂਜ ਦੀ ਕਿਤਾਬ, ਖਰੂਜ 19 ਬਾਬ ਉਹਦਾ 4 ਤੋਂ 6 ਆਇਤ। ਤੁਸੀਂ ਦੇਖ ਚੁੱਕੇ ਹੋ ਕਿ ਮੈਂ ਮਿਸਰੀਆਂ ਨਾਲ ਕੀ ਕੀਤਾ, ਅਤੇ ਫਿਰ ਮੈਂ ਤੁਹਾਨੂੰ ਕਿਸ ਤਰ੍ਹਾਂ, ਜਿਸ ਤਰ੍ਹਾਂ ਉਕਾਬ ਆਪਣੇ ਬੱਚਿਆਂ ਨੂੰ ਖੰਭਾਂ ਦੇ ਬਿਠਾ ਕੇ ਲੈ ਜਾਂਦਾ ਹੈ, ਉਸੇ ਤਰ੍ਹਾਂ ਮੈਂ ਆਪਣੇ ਕੋਲ ਲੈ ਆਇਆ। ਹੁਣ ਜੇਕਰ ਤੁਸੀਂ ਮੇਰੇ ਨੇਮ ਦੀ ਪਾਲਣਾ ਕਰੋਗੇ ਅਤੇ ਮੇਰੀ ਆਵਾਜ਼ ਸੁਣੋਗੇ ਤਾਂ ਤੁਸੀਂ ਮੇਰੇ ਖਾਸ ਚੁਣੇ ਹੋਏ ਲੋਕ ਠਹਿਰੋਗੇ। ਬੇਸ਼ੱਕ ਸਭ ਧਰਤੀ ਵਾਸੀ ਮੇਰੇ ਹੀ ਹਨ, ਪਰ ਤੁਸੀਂ ਮੇਰੇ ਲਈ ਇੱਕ ਪਵਿੱਤਰ ਕੌਮ ਅਤੇ ਸ਼ਾਹੀ ਪੁਰੋਹਿਤ ਠਹਿਰੋਗੇ। ਸੋ ਇਹ ਸਭ ਗੱਲਾਂ ਤੂੰ ਇਜ਼ਰਾਈਲੀ ਲੋਕਾਂ ਨੂੰ ਕਹਿ। ਹੇਅਰ ਯੂ ਗੋ, ਸਮਝ ਆ ਗਈ ਜੀ ਗੱਲ? ਸੋ ਐਕਚੁਅਲੀ ਪਲਾਨ, ਐਕਚੁਅਲੀ ਦਾ ਟਾਈਟਲ ਸੀ ਉਹ ਕਿਹਨਾਂ ਨੂੰ ਦਿੱਤਾ ਗਿਆ ਸੀ? ਥਰੂ ਮੋਜ਼ਸ ਟੂ ਦ ਚਿਲਡਰਨ ਆਫ ਇਜ਼ਰਾਈਲ। ਓਕੇ ਜੀ, ਤੁਸੀਂ ਮੇਰੇ ਲਈ ਸ਼ਾਹੀ ਕਹਾਨਤ ਬਣੋਗੇ, ਮੇਰੀ ਖਾਸ ਮਲਕੀਅਤ ਠਹਿਰੋਗੇ। ਔਰ ਕਿਉਂ? ਸਾਰੀ ਜ਼ਮੀਨ ਮੇਰੀ ਹੈ। ਵੇਖੋ, ਸਾਰੀ ਜ਼ਮੀਨ ਮੇਰੀ ਹੈ, ਰਾਇਲ ਪ੍ਰੀਸਟਹੁੱਡ। ਓਕੇ, ਜ਼ਬੂਰ ਨਵੀਸ ਸੇਮ ਕਨਸੈਪਟ ਨੂੰ ਕੰਟੀਨਿਊ ਕਰਦੇ ਆਇਆ, ਔਰ ਉਹਦੀ ਜਿਹੜੀ ਕਲਮੀਨੇਸ਼ਨ ਹੈ ਯਹੋਨਾ ਆਰਸ ਦਾ ਮੁਕਾਸ਼ਫਾ ਸਾਨੂੰ ਪਹਿਲੇ ਬਾਬ ਲੈ ਕੇ ਦੱਸਣ ਡਿਆ ਕਿ ਜੀ ਹਾਊ ਇਟ ਟ੍ਰਾਂਸਫਰ ਟੂ ਦ ਚਰਚ, ਔਰ ਕਿਵੇਂ ਖੁਦਾ ਦੀ ਕਲੀਸਿਆ ਜਿਹੜੀ ਹੈ ਉਹਨੂੰ ਖੁਦਾ ਨੇ ਇਹ ਟਾਸਕ ਜਿਹੜੀ ਹੈ ਇਹ ਦੇ ਦਿੱਤੀ ਹੋਈ ਹੈ। ਠੀਕ ਹੈ ਜੀ, ਓਕੇ। ਸੋ ਸਮਝ ਆ ਗਿਆ ਨਾ ਕਿ ਹੁਣ ਸਵਾਲ ਕੀ ਹੈ ਕਿ ਕੌਣ ਖੁਦਾ ਦੇ ਭਾਰਤ ਵਿੱਚ ਚੜੇਗਾ ਤੇ ਕੌਣ ਉਹਦੇ ਮੁਕੱਦਸ ਮੁਕਾਮ ਤੇ ਖਲੋਵੇਗਾ। ਅਸੀਂ ਜ਼ਬੂਰ ਦੇ ਵਿੱਚ ਕਿਹਦਾ ਕਨਸੈਪਟ ਪੜ੍ਹਨ ਰਹੇ ਹਾਂ? ਯਹੂਦੀ ਕੰਟੈਕਸਟ। ਓਕੇ, ਔਰ ਉੱਥੇ ਕੀ ਕਹਿ ਰਿਹਾ ਅੱਗੇ? ਉਹ ਹੁਣ ਕ੍ਰਾਈਟੇਰੀਆ ਦੇਣ ਲੱਗਾ ਜੀ, ਕ੍ਰੈਡੈਂਸ਼ੀਅਲ ਦੇਣ ਲੱਗਾ, ਕਿਹੜਾ ਬੰਦਾ, ਕਿਹਦਾ ਪੇਪਰ ਵਰਕ ਠੀਕ ਹੋਏਗਾ। ਔਰ ਪੇਪਰ ਵਰਕ ਕੀ ਹੈ? ਜਿਸ ਨੇ ਬਤਾਲਤ ਯਾਨੀ ਝੂਠ ਤੇ ਦਿਲ ਨਹੀਂ ਲਾਇਆ, झूठी कसम नहीं खादी, सेम ज़बूर 15 रिपीट, वो खुदावन की तरफ से बरकत पाएगा। ओके जी, हियर द फेवर ऑफ गॉड विल रेस्ट अपॉन हिम। ਜਿਹੜਾ ਲਫ਼ਜ਼ ਹਿਬਰੂ ਦਾ ਬਰਕਤ ਨਾ, ਬਰਕਾ, ਇਹਦਾ ਮਤਲਬ ਹੈ ਵੀ ਖੁਦਾ ਦੀ ਡਬਲ ਬਲੈਸਿੰਗ, ਖੁਦਾ ਦਾ ਪੋਰਸ਼ਨ, ਖੁਦਾ ਦੀ ਫੇਵਰ ਉਸ ਬੰਦੇ ਤੇ ਹੋ ਜਾਣਾ। ਅੰਦਰ ਉਹ ਖੁਦਾ ਨੂੰ ਕੀ ਪਾਏਗਾ? ਬਰਕਤ ਪਾਏਗਾ। ਔਰ ਬਰਕਤ ਉਹਨੂੰ ਕਾਹਦੇ ਨਾਲ ਮਿਲਣ ਡਈ ਹੈ? ਰੋਜ਼ੇ, ਨਮਾਜ਼ਾਂ, ਹੱਜ, ਜ਼ਕਾਤਾਂ ਦੇਣ ਨਾਲ ਨਹੀਂ ਮਿਲਣ ਡਈ। ਕਿਹਦੇ ਨਾਲ ਮਿਲਣ ਡਈ ਹੈ? ਉਹਦੇ ਮਾਮਲਾਤ ਇਨਸਾਨਾਂ ਦੇ ਨਾਲ ਕਿਹੋ ਜਿਹੇ। ਓਕੇ, ਹਲੇ ਤੁਹਾਡੀ ਪਰਸਨਲ ਵਰਸ਼ਿਪ ਕੁਝ ਵੀ ਨਹੀਂ ਹਲੇ ਤੇ। ਓਕੇ, ਹਾਊ ਯੂ ਆਰ ਡੀਲਿੰਗ ਵਿਦ ਦ ਪੀਪਲ, ਹਿਊਮਨ ਬੀਇੰਗ, ਸੋਸਾਇਟੀ, ਯੋਰ ਨੇਬਰਸ। ਅੱਛਾ, ਅੱਗੇ ਲਿਖਿਆ ਜੀ ਬਰਕਤ ਪਾਏਗਾ। ਹੁਣ ਬਰਕਤ ਵੇਖੋ, ਹੁਣ स्पिरिचुअल रैल में जान लगा। हाँ, अपने निजात देने वाले खुदा की तरफ से सदाकत यानी सच्चाई, यही उसके तालबों की पुश्त है। तालिबान आजकल बड़ा होने डया वे जी अफगानिस्तान दे विच, ठीक है ना। तो एक्चुअली लफ्ज तालब का मतलब की है? अ परसन हु स्ट्राइव फॉर समथिंग, ਜਿਹੜਾ ਆਪਣੀ ਆਈਡੀਓਲੋਜੀ ਦੇ ਨਾਲ ਉਹਦੀ ਆਪਣੀ ਫਰੈਟਰਨਿਟੀ ਬਣੀ ਹੋਏ, ਔਰ ਉਹਨਾਂ ਦਾ ਗਰੁੱਪ ਹੋਏ, ਜਾਂ ਉਹਨਾਂ ਦੀ ਐਸੀ ਜੁੰਡ ਹੋਏ, ਐਸੀ ਉਹਨਾਂ ਦੀ ਮੰਡਲੀ ਹੋਏ ਕਿ ਜਿਹੜੀ ਆਈਡੀਓਲੋਜਿਕਲੀ ਜਿਹੜੇ ਕੀ ਹੋਣ, ਇੱਕ ਪੇਜ ਤੇ ਖਲੋਤੇ ਹੋਣ। ਠੀਕ ਹੈ, ਤਾਲਿਬਾਨ ਦੀ ਪੁਸ਼ਤ ਕੀ ਹੈ, ਔਰ ਇਹ ਤਾਲਿਬ ਕੌਣ ਨੇ? ਅਸਲ ਤਾਲਿਬਾਨ ਕੌਣ ਨੇ? ਐਕਚੁਅਲ ਅਗਰ ਵੇਖਿਆ ਜਾਏ ਨਾ, ਤੇ ਚੂੰਕਿ ਦੇ ਹੈਵ ਬੀਨ ਇਕਵਿਪਡ ਥਰੂ ਦਾ ਮਦਰਸਾ ਐਂਡ ਦਾ ਆਈਡੀਓਲੋਜੀ ਵਿਚ ਰੈਡੀਕਲਾਈਜ਼, ਜਾਂ ਜੋ ਵੀ ਇੱਕ ਪੋਲੀਟੀਕਲ ਕੰਮ ਸੀ ਸਾਡਾ, ਉਹ ਕੰਮ ਨਹੀਂ ਹੈ। ਲੇਕਿਨ ਐਕਚੁਅਲੀ ਬਾਈਬਲ ਜਿਹੜਾ ਤਾਲਿਬਾਨ ਨੂੰ ਪੇਸ਼ ਕਰਦੀ ਹੈ, ਬਾਈਬਲ ਮੁਕੱਦਸ ਜਿਹੜੇ ਤਾਲਿਬਾਨ ਨੂੰ ਪੇਸ਼ ਕਰਦੀ ਹੈ, ਉਹ ਕੌਣ ਨੇ? ਉਹ ਲੋਕ ਨੇ ਜਿਹੜੇ ਇਨਸਾਨਾਂ ਦੇ ਨਾਲ ਝੂਠ ਨਹੀਂ ਬੋਲਦੇ, ਜਿਹੜੇ ਕਸਮ ਨਹੀਂ ਖਾਂਦੇ, ਜਿਹੜੇ ਲੋਕਾਂ ਨੂੰ ਦਗਾ ਨਹੀਂ ਦਿੰਦੇ, ਝੂਠੀ ਗਵਾਹੀ ਨਹੀਂ ਦਿੰਦੇ। ਠੀਕ ਹੈ, ਔਰ ਇਹ ਤਾਲਬ ਨੇ। ਲੇਕਿਨ ਇਹ ਤਾਲਬ ਕੌਣ ਨੇ? ਨਾਓ ਹੀ ਇਜ਼ ਨੈਰੋ ਡਾਊਨਿੰਗ, ਹੁਣ ਉਹ ਨੈਰੋ ਕਰੀ ਹੁੰਦਿਆ। ਔਰ 6ਵੀਂ ਆਇਤ ਦਾ ਆਖਰੀ ਹਿੱਸਾ ਕਹਿੰਦਾ ਵੇ, ਯਹੀ ਤੇਰੇ ਦੀਦਾਰ ਕੇ ਖਾਹ ਹੈ, ਯਾਨੀ ਕੌਣ ਜੀ? ਯਾਕੂਬ। ਯਾਕੂਬ। ਇਹਦਾ ਮਤਲਬ ਇਹ ਹੋਇਆ ਕਿ ਉਹ ਕਿਸੇ ਇੱਕ ਬੰਦੇ ਨਾਲ ਇਸ਼ਾਰਾ ਨਹੀਂ ਕਰਨ ਡਿਆ, ਉਹ ਕੀ ਕਹਿਣ ਡਿਆ ਵੇ? ਹੋਲ ਨੇਸ਼ਨ, ਪੂਰੀ ਜਮਾਤ, ਯਾਨੀ ਯਾਕੂਬ ਦੀ ਨਸਲ। ਠੀਕ ਹੈ, ਇਸਰਾਈਲ। ਔਰ ਅਸੀਂ ਜਦੋਂ ਪੈਦਾਇਸ਼ ਦੀ 32 ਬਾਬ ਨੂੰ ਪੜ੍ਹਦੇ ਹਾਂ, ਸੋ 32 ਬਾਬ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਜੀ ਉੱਥੇ ਜਦੋਂ ਯਾਕੂਬ ਜਦੋਂ ਮਿਲਣ ਗਿਆ ਆਪਣੇ ਭਰਾ ਨੂੰ, ਔਰ ਉਹਨੂੰ ਡਰ ਲੱਗਾ ਕਿ ਮੈਨੂੰ ਇਹ ਮਾਰ ਨਾ ਦੇ, ਤੇ ਉਸ ਰਾਤ ਜਦੋਂ ਰੁਕਿਆ ਬੈਤਲ, ਮੈਂ ਕਿਹਾ ਬੈਤਲ ਦਾ ਮੁਕਾਮ ਸੀ। ਜ਼ਰਾ ਪੜ੍ਹੋ ਹਜ਼ਰਾ ਵਾਲਾ ਕੀ ਹੈ ਜੀ, ਪੈਦਾਇਸ਼ 32 ਦੀ 22 ਤੋਂ ਜ਼ਰਾ ਪੜ੍ਹੋ ਜੀ ਸਿਸਟਰ ਜੋਤੀ। ਮੈਂ ਪੜਾਂਗੀ ਉਤਪਤ ਦੀ ਬੁੱਕ, ਉਹਦਾ 22 ਬਾਬ 32 ਦੀ 22। ਉਸੇ ਰਾਤ ਯਾਕੂਬ ਨੇ ਆਪਣੀਆਂ ਦੋਹਾਂ ਪਤਨੀਆਂ, ਦੋਹਾਂ ਦਾਸੀਆਂ ਅਤੇ ਆਪਣੇ 11 ਬੱਚਿਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਯਬੋਕ ਦਰਿਆ ਪਾਰ ਕਰਵਾਇਆ। ਉਸਨੇ ਉਹਨਾਂ ਨੂੰ ਦਰਿਆ ਦੇ ਦੂਜੇ ਕੰਢੇ ਤੇ ਪਹੁੰਚਾ ਕੇ ਆਪਣਾ ਸਭ ਮਾਲ
ਅਸਬਾਬ ਵੀ ਦੂਜੇ ਪਾਸੇ ਘੱਲ ਦਿੱਤਾ। ਉਹ ਆਪ ਇਕੱਲਾ ਹੀ ਉੱਥੇ ਰਹਿ ਗਿਆ। ਉਸ ਰਾਤ ਉੱਥੇ ਇੱਕ ਆਦਮੀ ਯਾਕੂਬ ਨਾਲ ਦਿਨ ਚੜ੍ਹਦੇ ਤੱਕ ਘੁਲਦਾ ਰਿਹਾ, ਪਰ ਜਦੋਂ ਉਸ ਆਦਮੀ ਨੇ ਦੇਖਿਆ ਕਿ ਉਹ ਯਾਕੂਬ ਨੂੰ ਜਿੱਤ ਨਹੀਂ ਸਕਦਾ, ਤਾਂ ਉਸਨੇ ਯਾਕੂਬ ਦੇ ਪੇਟ ਤੇ ਜੋੜ ਕੇ ਹੱਥ ਮਾਰਿਆ, ਜੋ ਹਿੱਲ ਗਿਆ, ਪਰ ਉਹ ਘੁਲਦੇ ਰਹੇ। ਫਿਰ ਉਸ ਆਦਮੀ ਨੇ ਯਾਕੂਬ ਨੂੰ ਕਿਹਾ, ਮੈਨੂੰ ਜਾਣ ਦੇ, ਕਿਉਂਕਿ ਦਿਨ ਚੜ੍ਹਨ ਵਾਲਾ ਹੈ। ਪਰ ਯਾਕੂਬ ਨੇ ਉੱਤਰ ਦਿੱਤਾ, ਮੈਂ ਤੈਨੂੰ ਜਾਣ ਨਹੀਂ ਦੇਵਾਂਗਾ ਜਦੋਂ ਤੱਕ ਤੂੰ ਮੈਨੂੰ ਅਸੀਸ ਨਹੀਂ ਦੇਵੇਂਗਾ। ਉਸ ਆਦਮੀ ਨੇ ਯਾਕੂਬ ਤੋਂ ਪੁੱਛਿਆ, ਤੇਰਾ ਨਾਂ ਕੀ ਹੈ? ਯਾਕੂਬ ਉਸਨੇ ਉੱਤਰ ਦਿੱਤਾ। ਉਸ ਆਦਮੀ ਨੇ ਕਿਹਾ, ਤੇਰਾ ਨਾਂ ਅੱਗੇ ਤੋਂ ਯਾਕੂਬ ਨਹੀਂ ਸਗੋਂ ਇਜ਼ਰਾइल ਹੋਵੇਗਾ, ਕਿਉਂਕਿ ਤੂੰ ਪਰਮੇਸ਼ਵਰ ਅਤੇ ਆਦਮੀ ਦੇ ਵਿਰੁੱਧ ਲੜ ਚੁੱਕਾ ਹੈ ਅਤੇ ਜਿੱਤ ਵੀ ਚੁੱਕਾ ਹੈ। ਤਦ ਯਾਕੂਬ ਨੇ ਉਸ ਤੋਂ ਪੁੱਛਿਆ, ਮੇਰੀ ਬੇਨਤੀ ਹੈ, ਤੇਰਾ ਨਾਂ ਕੀ ਹੈ? ਪਰ ਉਸ ਆਦਮੀ ਨੇ ਉੱਤਰ ਦਿੱਤਾ, ਤੂੰ ਮੇਰਾ ਨਾਂ ਕਿਉਂ ਪੁੱਛਦਾ ਹੈ? ਇਹ ਕਹਿ ਕੇ ਉਸਨੇ ਯਾਕੂਬ ਨੂੰ ਅਸੀਸ ਦਿੱਤੀ। ਯਾਕੂਬ ਨੇ ਕਿਹਾ, ਮੈਂ ਪਰਮੇਸ਼ਵਰ ਦੇ ਆਮੋ ਸਾਹਮਣੇ ਦਰਸ਼ਨ ਕੀਤੇ, ਪਰ ਮੈਂ ਫਿਰ ਵੀ ਜਿਉਂਦਾ ਰਿਹਾ, ਇਸ ਲਈ ਇਸ ਥਾਂ ਦਾ ਨਾਂ ਪਨੀਏਲ ਹੋਵੇਗਾ। ਯਾਕੂਬ ਜਦੋਂ ਪਨੀਏਲ ਤੋਂ ਚੱਲਿਆ ਤਾਂ ਸੂਰਜ ਚੜ੍ਹ ਚੁੱਕਾ ਸੀ। ਉਹ ਪੱਟ ਤੋਂ ਲੰਘਾ ਕੇ ਚੱਲ ਰਿਹਾ ਸੀ। ਇਜ਼ਰਾइल ਲੋਕ ਅੱਜ ਤੱਕ ਪੱਟ ਦੀ ਨਾੜੀ ਦੇ ਪੱਠੇ ਦਾ ਮਾਸ ਨਹੀਂ ਖਾਂਦੇ, ਕਿਉਂਕਿ ਉਸਨੇ ਯਾਕੂਬ ਦੇ ਪੱਟ ਤੇ ਜੋੜ ਕੇ ਹੱਥ ਮਾਰਿਆ ਸੀ। ਓਕੇ ਜੀ, ਸੋ ਦਾ ਸਟੋਰੀ ਨਾਓ ਗੋਜ਼, ਔਰ ਤੁਹਾਂ ਵੇਖਿਆ ਇੱਥੇ ਯਾਕੂਬ ਦਾ ਕ੍ਰੈਡੈਂਸ਼ੀਅਲ ਕੀ ਦਿੱਤੇ ਗਏ ਨੇ। ਇਹਨੇ ਖੁਦਾ ਦੇ ਨਾਲ ਤੇ ਇਨਸਾਨਾਂ ਦੇ ਨਾਲ ਕੁਸ਼ਤੀ ਕੀਤੀ ਤੇ ਦੋਵਾਂ ਦੇ ਨਾਲ ਹਾਰਿਆ ਨਹੀਂ। ਠੀਕ ਹੈ, ਉੱਥੇ ਉਹਨੂੰ ਜਦੋਂ ਖੁਦਾ ਨੇ ਬਰਕਤ ਦਿੱਤੀ ਤੇ ਖੁਦਾ ਨੇ ਦਾ ਨਾਂ ਕੀ ਕੀਤਾ? ਚੇਂਜ ਕਰ ਦਿੱਤਾ। ਯਾਕੂਬ ਤੋਂ ਦਾ ਨਾਂ ਕੀ ਹੋ ਗਿਆ? ਇਸਰਾਈਲ। ਇਹਦਾ ਮਤਲਬ ਇਹ ਹੋਇਆ ਕਿ ਉਹਦੇ ਸੁਲਬ ਤੋਂ, ਉਹਦੀ ਨਸਲ ਤੋਂ, ਉਹਦੇ ਸੀਡ ਤੋਂ ਜਿੰਨੀ ਜਨਰੇਸ਼ਨ, ਜਿੰਨੀ ਨਸਲ ਪੈਦਾ ਹੋਈ, they have access and God has been chosen them to access to God's presence। ਠੀਕ ਹੈ, ਇਸ ਲਈ ਵੇਖੋਗੇ ਅੱਗੇ ਕਿ ਲਿਖਿਆ ਵੇ, ਉਹਨੇ ਕਿਹਾ ਜੀ ਕਿ ਮੈਂ ਖੁਦਾ ਨੂੰ ਵੇਖਿਆ ਤੇ ਮੈਂ ਮਰਿਆ ਨਹੀਂ ਹਾਂ। ਠੀਕ ਹੈ, ਤੋ ਦੀਦਾਰ ਜਿਹੜਾ ਲਫ਼ਜ਼ ਹੈ ਨਾ ਇੱਥੇ 6ਵੀਂ ਆਇਤ ਦੇ ਵਿੱਚ, ਇੱਥੇ ਰੈਫਰੈਂਸ ਜਿਹੜਾ ਵੀ ਪੈਦਾਇਸ਼ ਦੀ ਕਿਤਾਬ ਦੇ ਵਿੱਚ ਯਾਕੂਬ ਦੇ ਉਸੇ ਹਵਾਲੇ ਵਾਲੇ ਕਿ ਉਹਨੇ ਵੇਖਿਆ ਖੁਦਾ ਨੂੰ, ਘੁਲਿਆ ਵੀ, ਗੱਲ ਵੀ ਕੀਤੀ, ਲੇਕਿਨ ਇਹਦੇ ਬਾਵਜੂਦ ਉਹ ਮਰਿਆ ਨਹੀਂ। ਹੀ ਹੈਜ਼ ਐਕਸੈਸ ਟੂ ਗॉड, ਔਰ ਖੁਦਾ ਨੇ ਦਾ ਨਾਂ ਚੇਂਜ ਕੀਤਾ ਇਸਰਾइल, ਯਾਨੀ ਮੇਰਾ ਪਿਆਰਾ। ਠੀਕ ਹੈ, ਅੱਛਾ, ਬੜੇ ਲੋਕੀ ਨੇ ਵੈਸੇ ਯਾਕੂਬ ਨੂੰ ਕਹਿੰਦੇ ਨੇ ਜੀ ਉਹ ਧੋਖਾ ਦੇਣ ਵਾਲਾ ਤੇ ਇਹ ਤੇ ਉਹ। ਯਾਕੂਬ ਦੇ ਨਾਂ ਦਾ ਮਤਲਬ ਧੋਖਾ ਦੇਣ ਵਾਲਾ ਨਹੀਂ ਹੈ। ਐਵੇਂ ਜਿਹੜੇ ਨਾ ਲੋਕੀ ਇੱਧਰ ਉੱਧਰੋਂ ਕਹਾਣੀਆਂ ਸੁਣ ਕੇ ਇੱਧਰ ਉੱਧਰ ਕਾਪੀ ਪੇਸਟ ਕਰਕੇ ਸੁਣਾ ਹਟਦੇ ਨੇ। ਯਾਕੂਬ ਦਾ ਮਤਲਬ ਹੈ ਏੜੀ ਪਕੜਨੇ ਵਾਲਾ। ਠੀਕ ਹੈ, ਉਹਨੇ ਆਪਣੇ ਭਰਾ ਈਸਾਊ ਦੀ ਅੱਡੀ ਫੜੀ ਹੋਈ ਸੀ ਜਦੋਂ ਪੈਦਾ ਹੋਇਆ ਸੀ। ਇਹਦਾ ਮਤਲਬ ਹੈ ਸਟਰਗਲ ਕਰਨ ਵਾਲਾ। ਔਰ ਇਹ ਹੀ ਉਹਦੀ ਗੱਲ ਜਿਹੜੀ ਹੈ ਉਹ ਖੁਦਾ ਨੂੰ ਪਸੰਦ ਆਈ, ਔਰ ਖੁਦਾ ਨੇ ਦਾ ਨਾਂ ਚੇਂਜ ਕਰਕੇ ਰੱਖਿਆ। ਅੱਜ ਤੋਂ ਤੇਰਾ ਨਾਂ ਯਾਕੂਬ ਨਹੀਂ ਬਲਕਿ ਕੀ ਹੋਏਗਾ? ਇਸਰਾइल, ਯਾਨੀ ਖੁਦਾ ਦਾ ਪਿਆਰਾ। ਸੋ ਅਸੀਂ ਵੇਖਦੇ ਹਾਂ ਜੀ ਕਿ ਹਿਬਰੂ ਪਰਸਪੈਕਟਿਵ ਦੇ ਨਾਲ, ਰਬੈਨਿਕਲ ਪਰਸਪੈਕਟਿਵ ਦੇ ਨਾਲ, ਇਹ ਜਿਹੜੀ ਐਕਸੈਸ ਹੈ ਖੁਦਾ ਦੇ ਪਹਾੜ ਦੇ ਉੱਤੇ ਜਾਣ ਦੀ, ਖੁਦਾ ਦੀ ਹਜ਼ੂਰੀ ਜਾਣ ਦੀ, ਇਹ ਕਿਹਨਾਂ ਦੇ ਕੋਲ ਹੈ? ਕਿਹਨਾਂ ਦੀ ਪ੍ਰਿਵਿਲੇਜ ਹੈ? ਇਸਰਾइल ਦੀ, ਯਹੂਦੀ ਲੋਕਾਂ ਦੀ। ਠੀਕ ਹੈ, ਪਿੱਛੇ ਕੀ ਸੀ? ਉਹਦੇ ਪਿੱਛੇ ਖੁਦਾ ਦਾ ਪਲਾਨ ਸੀ ਕਿ ਤੁਸੀਂ ਮੇਰੇ ਲਈ ਕਾਹਨਾਂ ਦੀ ਮਮਲਕਤ ਬਣੋਗੇ, ਤੁਸੀਂ ਮੇਰੇ ਲਈ ਮਖਸੂਸ ਕੌਮ ਬਣੋਗੇ, ਔਰ ਮੈਂ ਤੁਹਾਨੂੰ ਬਰਕਤ ਦੇਵਾਂਗਾ। ਓਕੇ, ਨਾਓ ਹੁਣ ਅੱਗੇ ਜਦੋਂ ਅਸੀਂ 7ਵੀਂ ਆਇਤ ਤੇ ਜਾਂਦੇ ਹਾਂ ਤੇ ਅਸੀਂ ਵੇਖਦੇ ਹਾਂ ਕਿ ਜੀ 7ਵੀਂ ਆਇਤ ਤੇ ਜਾਣ ਤੋਂ ਪਹਿਲਾਂ ਨਾ ਜਿਹਨੇ ਦੀਦਾਰ ਔਰ ਜਿਹੜਾ ਵੇ ਨਾ ਉਹਦੀ ਮੈਂ ਗੱਲ ਜਿਹੜੀ ਕਰ ਲਗਾਵਾਂ, ਉਹ ਇਹ ਵੇ ਕਿ ਜਿਹੜਾ ਸਵਾਲ ਹੈ ਨਾ, ਵੇਖੋ ਉਹ ਕੀ ਹੈ। ਸਵਾਲ ਇਹ ਵੇ ਕਿ ਇਹ ਖੁਦਾਵੰਦ ਤੇਰੇ पहाड़ पर, तेरे मुकद्दस पर कौन खड़ा होगा? एक्चुअली इट रिलेट टू गॉड्स होलीनेस, खुदा दी प्योरिटी, खुदा दी पाकीज़गी। ਅਸੀਂ ਜਿਹੜੇ ਮੁਲਕ ਜਿਨ੍ਹਾਂ ਅਸੀਂ ਕੰਟਰੀਆਂ 'ਚ ਰਹਿੰਦੇ ਹਾਂ ਨਾ, ਅੱਜ ਦੀ ਜਿਹੜੀ ਦੌਰ ਜਿਹੜਾ ਵੇ ਇਹਦੇ ਵਿੱਚ ਅਸੀਂ ਇਹ ਵੇਖਦੇ ਹਾਂ ਕਿ ਅੱਜ ਕੱਲ੍ਹ ਖੁਸ਼ ਕੌਣ ਰਵੇਗਾ। ਠੀਕ ਹੈ ਨਾ, ਅਸੀਂ ਵੇਖਦੇ ਜੀ ਅੱਜ ਕੱਲ੍ਹ ਅਸਾਂ ਖੁਸ਼ ਕਿਵੇਂ ਰੱਖਣਾ ਲੋਕਾਂ ਨੂੰ, ਗੁਆਂਢੀਆਂ ਨੂੰ, ਆਲੇ ਦੁਆਲੇ ਨੂੰ, ਸੋਸ਼ਲ ਮੀਡੀਆ 'ਤੇ ਭੈਣਾਂ ਭਰਾਵਾਂ ਨੂੰ, ਔਰ ਬਾਕੀ ਲੋਕਾਂ ਨੂੰ। ਜਨਾਬ ਅਸਾਂ ਲੋਕਾਂ ਨੂੰ ਕਿਵੇਂ ਬੱਲੇ ਬੱਲੇ, ਵਾਹ ਵਾਹ, ਜੋ ਮਰਜ਼ੀ, ਮਤਲਬ ਝੂਠ ਕੜਲ ਮਾਰ ਕੇ ਲੋਕਾਂ ਨੂੰ ਖੁਸ਼, ਬਸ ਉਹਨਾਂ ਨੂੰ ਬਸ ਖੁਸ਼ਾਮਦ ਕਰੀ ਜਾਓ, ਅਗਲੇ ਵੀ ਖੁਸ਼, ਅਸੀਂ ਵੀ ਖੁਸ਼, ਸਾਰੇ ਖੁਸ਼, ਨਾ ਕੋਈ ਗੱਲ ਨਾ ਬਾਤ। ਲੇਕਿਨ ਦਿਸ ਇਜ਼ ਨਾਟ ਅ ਮੈਟਰ ਆਫ ਹੈਪੀਨੈਸ। ਵਾਟ ਇਜ਼ ਦਿਸ ਮੈਟਰ? ਦਿਸ ਇਜ਼ ਮੈਟਰ ਆਫ ਹੋਲੀਨੈਸ। ਸੋ ਸਵਾਲ ਜਿਹੜਾ ਬਣਦਾ ਵੀ ਅੱਜ ਦੇ ਦੌਰ ਦੇ ਵਿੱਚ ਵੀ, ਕਾਊਂਟਰ ਕਲਚਰਲ ਕੁਐਸਚਨ, ਉਹ ਇਹ ਨਹੀਂ ਹੈ ਕਿ ਹਾਊ ਹੀ ਔਰ ਸ਼ੀ ਬਿਕਮ ਹੈਪੀ। ਈਮਾਨਦਾਰਾਂ ਵਾਸਤੇ ਸਵਾਲ ਹੈ ਵੇ, ਹਾਊ ਹੀ ਔਰ ਸ਼ੀ ਔਰ ਮਾਈ ਸੈਲਫ ਬਿਕਮ ਅ ਹੋਲੀ। ਕਿਉਂ? ਕਿਉਂਕਿ ਖੁਦਾ ਪਾ ਕੇ। ਠੀਕ ਹੈ, ਸੋ ਜਦੋਂ ਅਸੀਂ ਹੁਣ 7ਵੀਂ ਆਇਤ ਤੋਂ ਆਉਂਦੇ ਮੇਰੇ ਜੀਦੋ, ਇੱਥੇ ਹੁਣ ਲਿਟਰਜੀਕਲ ਰਿਸਪੌਂਸ ਆ ਰਿਹਾ ਵੇ, ਔਰ ਤੁਸੀਂ ਵੇਖੋਗੇ ਕਿ ਜਿਹੜੀ ਹੈ ਨਾ 7ਵੀਂ ਆਇਤ ਤੇ ਉਹਦੇ ਬਾਅਦ 9ਵੀਂ ਆਇਤ ਰਿਪੀਟ ਹੋਈ ਹੋਈ ਹੈ। ਇਟਸ ਰੈਪੀਟੇਸ਼ਨ, ਇਟਸ ਅ ਸੇਮ। ਠੀਕ ਹੈ, ਇੱਥੇ ਖੁਦਾ ਦਾ ਤਾਰਫ ਪੇਸ਼ ਕੀਤਾ ਗਿਆ ਜੀ, ਖੁਦਾ ਦੇ ਬਾਰੇ ਦੱਸਿਆ ਗਿਆ ਵੇ
ਕਿ ਜਿਹੜਾ ਖੁਦਾ ਦੀ ਜਿਹੜੀ ਬਾਦਸ਼ਾਹੀ ਹੈ ਔਰ ਖੁਦਾ ਦੀ ਜਿਹੜੀ ਹੈਕਲ ਹੈ ਉਹਦੇ ਵਿੱਚ ਜਦੋਂ ਫਾਟਕੋ ਆਪਣੇ ਸਰ ਬੁਲੰਦ ਕਰੋ, ਅਬਦੀ ਦਰਵਾਜ਼ੋ ਉੱਚੇ ਹੋ ਜਾਓ, ਜਲਾਲ ਕਾ ਬਾਦਸ਼ਾਹ ਦਾਖਲ ਹੋਗਾ। ਸੋ ਤੁਸੀਂ ਵੇਖਣ ਡਿਆ ਨਾ ਕਿ ਕਰਾਊਨ ਗਲੋਰੀਫਿਕੇਸ਼ਨ ਜ਼ਾਹਿਰ ਹੈ ਆਬਵੀਅਸਲੀ ਇਟਸ ਨਾਟ ਐਪਲੀਕੇਬਲ ਟੂ ਡੇਵਿਡ, ਦਾਊਦ ਤੇ ਕਦੀ ਅਪਲਾਈ ਨਹੀਂ ਹੋ ਸਕਦਾ ਕਿਉਂਕਿ ਡੇਵਿਡ ਵਾਜ਼ ਨਾਟ किंग ऑफ ग्लोरी। ठीक है, किंग ऑफ ग्लोरी कौन है? वो खुदा वे, और खुदा ने वो ग्लोरीफिकेशन जी है वो खुदावन यीशु मसीह ਨੂੰ ਦਿੱਤੀ ਹੈ। ਠੀਕ ਹੈ, ਇਸ ਲਈ ਕ੍ਰਿਸਚੀਅਨ ਚਰਚ ਜਿਹੜਾ ਵੇ ਇਹ ਜ਼ਬੂਰ ਨੂੰ ਮੋਸਟਲੀ ਜਦੋਂ ਅਸੀਂ ਗਾਉਂਦੇ ਹਾਂ ਇਬਾਦਤਾਂ ਦੇ ਵਿੱਚ, ਅਸੀਂ ਇਹਨੂੰ ਗਾਉਂਦੇ ਹਾਂ ਜਦੋਂ ਖੁਦਾਵੰਦ ਯਿਸੂ ਮਸੀਹ ਦੀ ਆਮਦ ਹੁੰਦੀ ਹੈ ਐਡਵੈਂਟ ਸੀਜ਼ਨ ਕ੍ਰਿਸਮਸ ਤੋਂ ਪਹਿਲਾਂ, ਕਿਉਂਕਿ ਬਾਦਸ਼ਾਹ ਆ ਰਿਹਾ ਵੇ, ਕਿੰਗ ਆਫ ਕਿੰਗ ਆ ਰਿਹਾ ਵੇ, ਜਾਂ ਜਦੋਂ ਯਿਸੂ ਮਸੀਹ ਅਸਮਾਨਾਂ ਤੇ ਉਠਾਏ ਗਏ ਨੇ ਨਾ, ਅਸੈਂਸ਼ਨ ਹੋਇਆ ਜਦੋਂ, ਕਿ ਅਸੀਂ ਇਹਨੂੰ ਦੋਵਾਂ ਪਾਸੇ ਵੇਖਦੇ ਹਾਂ, ਇੱਕ ਵਾਰੀ ਥੱਲੇ ਜ਼ਮੀਨ ਤੇ ਆਉਣ ਲਈ ਔਰ ਦੂਜੀ ਵਾਰੀ ਆਪਣੇ ਗਲੋਰੀਫਿਕੇਸ਼ਨ ਦੇ ਵਿੱਚ ਜਾਣ ਲਈ। ਠੀਕ ਹੈ, ਸੋ ਥੀਸ ਟੂ ਓਕੇਜ਼ਨਸ ਇਨ ਦਾ ਕ੍ਰਿਸਚੀਅਨ ਟ੍ਰੈਡੀਸ਼ਨ ਜਿਹਦੇ ਵਿੱਚ ਇਹਦੀ ਤਕਮੀਲ ਵੇਖੀ ਜਾਂਦੀ ਹੈ। ਔਰ ਵੇਖੋ ਇੱਥੇ ਖੁਦਾ ਦੇ ਟਾਈਟਲ ਕੀ ਨੇ, ਜਲਾਲ ਦਾ ਬਾਦਸ਼ਾਹ, ਕਵੀ ਔਰ ਕਾਦਰ ਹੈ, ਜੰਗ में जोरावर है, ये लश्करों का खुदावंद है। ठीक है, द किंग ऑफ ग्लोरी। सो मेरे जीजो, ਅੱਜ ਜਿਹੜਾ ਅਸਾਂ ਸਿੱਖਿਆ ਵੇ ਕਿ ਇਸਰਾਇਲ ਜਿਹੜਾ ਰੂਹਾਨੀ ਇਸਰਾਇਲ ਹੈ ਕੌਣ ਹੈ? ਹੁਣ ਉਹ ਚਰਚ ਹੈ। ਜਿਹੜੀ ਟਾਸਕ ਬਨੀ ਇਸਰਾਇਲ ਨੂੰ ਦਿੱਤੀ ਗਈ ਸੀ ਉਹ ਟਾਸਕ ਅਸਾਂ ਸਾਨੂੰ ਮੁਕਾਸ਼ਫਾ ਦੇ ਵਿੱਚ ਯਹੋਨਾ ਦੱਸਦਾ ਵੇ ਕਿ ਅਸੀਂ ਕੌਣ ਆ ਹੁਣ? ਸ਼ਾਹੀ ਕਾਇਨੋ ਕੀ ਮੁਮਲਕਤ, ਔਰ ਅਸੀਂ ਉਹ ਫਿਰਕਾ ਵਾਂ ਜਿਹੜੇ ਰਾਇਲ ਪ੍ਰੀਸਟਹੁੱਡ ਖੁਦਾ ਸਾਨੂੰ ਦਿੱਤੀ ਹੈ, ਔਰ ਅਸੀਂ ਜ਼ਮੀਨ ਤੇ ਕੀ ਕਰਨੇ ਆ? ਬਾਦਸ਼ਾਹੀ ਕਰਨੇ ਆ, ਖੁਦਾ ਦੀ ਡੋਮੇਨ ਨੂੰ ਫੈਲਾਣੇ ਆ। ਠੀਕ ਹੈ, ਸੋ ਦੈਟ ਇਜ਼ ਦ ਰੋਲ ਆਫ ਦ ਚਰਚ। ਔਰ ਕਿਦੋਂ ਹੋਏਗਾ? ਜਦੋਂ ਸਾਡੇ ਮਾਮਲਾਤ ਲੋਕਾਂ ਦੇ ਨਾਲ, ਔਰ ਜਦੋਂ ਸਾਡੀ ਵਰਸ਼ਿਪ ਔਰ ਸਾਡੀ ਜ਼ਿੰਦਗੀਆਂ ਦੇ ਵਿੱਚ ਬਾਦਸ਼ਾਹੀ ਔਰ ਹੁਕਮ ਔਰ ਫਰਮਾਬਰਦਾਰੀ ਜਦੋਂ ਖੁਦਾ ਦੀ ਚੱਲੇਗੀ। ਦੈਟਸ ਹਾਊ we express and we experience God's kingdom and his glorification। ਸਾਨੂੰ ਸਾਰਿਆਂ ਨੂੰ ਇਹ ਤਜਰਬਾ ਕਰਨ ਦਾ ਫਜ਼ਲ ਦੇਵੇ। ਆਮੀਨ। ਆਮੀਨ। ਥੈਂਕ ਯੂ ਪਾਸਟਰ ਜੀ। ਮੈਨੂੰ ਹੁਣ ਇਨਵਾਈਟ ਕਰਦੀ ਹਾਂ ਅੰਕਲ ਜੋਸ਼ੂਆ ਨੂੰ ਕਿ ਉਹ ਆਪਣੇ ਸਵਾਲ ਤੇ ਆਪਣੇ ਕਮੈਂਟਰੀ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਇਹ ਜ਼ਬੂਰ ਜਿਹੜਾ ਹੈ ਵੀ ਬੜਾ ਹੀ ਅੱਛਾ ਜ਼ਬੂਰ ਹੈ, ਔਰ ਮੈਨੂੰ ਯਾਦ ਆ ਕਿ ਅਸੀਂ ਛੋਟੇ ਹੁੰਦੇ ਵੀ ਸੀ, ਜਦੋਂ ਇਹਨੂੰ ਗਾਉਂਦੇ ਸੀ ਤੇ ਬੜੇ ਉੱਚੀ ਆਵਾਜ਼ ਨਾਲ ਜੋਸ਼ ਨਾਲ ਗਾਉਂਦੇ ਸੀ ਤੇ ਤਾਲੀਆਂ ਮਾਰ ਮਾਰ ਕੇ ਤੇ ਦੇਖਣਾ, ਫਿਰ ਮੁੜ ਕੇ ਛੋਟੇ ਹੁੰਦੇ ਆ ਵੀ ਸਾਡੇ ਹੱਥ ਕਿੱਦਾਂ ਲਾਲ ਹੋਏ ਆ, ਵੀ ਖੁਸ਼ੀ ਦੇ ਨਾਲ ਉਹਨੂੰ ਗਾਉਂਦੇ ਸੀ ਅਸੀਂ ਜ਼ਬੂਰ ਨੂੰ। ਇਸ ਦੇ ਵਿੱਚ ਜਿਹੜੀ ਚੌਥੀ ਆਇਤ ਹੈ ਨਾ, ਮੈਨੂੰ ਉਹ ਜ਼ਿਆਦਾ ਅੱਛੀ ਲੱਗੀ ਆ। ਅਸੀਂ ਕਈ ਵਾਰੀ ਆਪਣੇ ਆਪ ਨੂੰ ਜ਼ਿਆਦਾ ਅੱਛਾ ਬਣਾਉਣ ਦੇ ਲਈ ਨਾ ਕਈ ਵਾਰੀ ਝੂਠ ਮਾਰ ਜਾਂਦੇ ਆ ਕਿ ਸਾਡੀ ਬੱਲੇ ਬੱਲੇ ਹੋਵੇ, ਮਗਰ ਇਹ ਚੀਜ਼ ਜਿਹੜੀ ਆ ਇਹ ਲੌਂਗ ਰਨ ਦੇ ਵਿੱਚ ਜਦੋਂ ਬੰਦਾ ਜਾਂਦਾ ਫਿਰ ਉਹਦੇ ਲਈ ਉਹ ਖਤਰਨਾਕ ਹੋ ਜਾਂਦੀ ਹੈ। ਤੁਸੀਂ ਉਹ ਕਹਿੰਦੇ ਨੇ ਇੱਕ ਝੂਠ ਨੂੰ ਮਾਰਨ ਲਈ ਮੁੜ ਕੇ 100 ਝੂਠ ਬੋਲਣੇ ਪੈਂਦੇ ਨੇ, ਤੇ ਬਿਹਤਰ ਇਹੋ ਹੀ ਆ ਕਿ ਖੁਦਾਵੰਦ ਦੇ ਵਿੱਚ ਬਣਿਆ ਰਹੇ ਇਨਸਾਨ ਤੇ ਉਹਦੇ ਵਿੱਚ ਚੱਲਦਾ ਰਹੇ, ਤੇ ਸੱਚਾਈ ਦੇ ਵਿੱਚ ਹਮੇਸ਼ਾ ਜਿਹੜੀ ਜਿੱਤ ਆ ਉਹ ਸੱਚਾਈ ਦੀ ਹੁੰਦੀ ਹੈ। ਇਹਦੇ ਚ ਇਸ ਤਰ੍ਹਾਂ ਮੈਂ ਲਿਖਿਆ, swearing by what is false means telling lies under oath. How greatly God values honesty. Dishonesty comes easily when complete truthfulness could cost us something, make us uncomfortable, or put us in an unfavorable light. Dishonest communication hinders relationship without honesty. A relationship with God is impossible if we lie to others. We will begin to deceive ourselves. God cannot hear us or speak to us if we are building a wall of self-deception. So, inna hi main likha, zyada nahi। ਥੈਂਕ ਯੂ ਅੰਕਲ ਜੀ। ਮੈਂ ਹੁਣ ਇਨਵਾਈਟ ਕਰਦੀ ਹਾਂ ਆਂਟੀ ਜੋਤੀ ਨੂੰ ਕਿ ਉਹ ਵੀ ਆਪਣੇ ਸਵਾਲ ਤੇ ਆਪਣੇ ਕਮੈਂਟਰੀ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਔਰ ਫਿਰ ਸਾਰਿਆਂ ਨੂੰ ਜੈ ਮਸੀਹ ਦੀ। ਇਹ ਜ਼ਬੂਰ ਬਹੁਤ ਹੀ ਪੜ੍ਹਨ ਨੂੰ ਬਹੁਤ ਹੀ ਸੋਹਣਾ ਲੱਗਦਾ, ਔਰ ਅਸੀਂ ਗਾਉਂਦੇ ਵੀ ਰਹੇ ਹਾਂ ਕਿਉਂਕਿ ਚਰਚ ਦੇ ਵਿੱਚ ਕਾਫੀ ਇਹ ਜ਼ਬੂਰ ਗਾਇਆ ਜਾਂਦਾ ਸੀ, ਚਰਚ ਜਾਂਦੇ ਸੀਗੇ। ਤੇ
ਇਸ ਦਾ ਜਿਹੜਾ ਮੇਨ ਟਾਈਟਲ ਉਹ ਹੀ ਬੜਾ ਪਾਵਰਫੁਲ ਹੈ ਕਿ ਮਹਾਪ੍ਰਤਾਪੀ ਰਾਜਾ ਮੀਨਸ ਕਿ ਪ੍ਰਭੂ ਦੇ ਲਈ ਇਹ ਵਰਡ ਯੂਜ਼ ਕੀਤੇ ਗਏ ਨੇ। ਦੋਦ ਨੇ ਇਹ ਵਰਡ ਪ੍ਰਭੂ ਦੇ ਲਈ ਯੂਜ਼ ਕੀਤਾ ਕਿ ਖੁਦਾਵੰਦ ਕਿੰਨਾ ਮਹਾਨ ਔਰ ਪ੍ਰਭੂ ਕਿੰਨਾ ਸ਼ਕਤੀਸ਼ਾਲੀ ਹੈ ਜਿਸ ਨੇ ਇਸ ਸਾਰੀ ਸ੍ਰਿਸ਼ਟੀ ਨੂੰ ਰਚਿਆ। ਇਹਦੀਆਂ ਜਿਹੜੀਆਂ ਪਹਿਲੀਆਂ 2 ਆਇਤਾਂ ਹਨ, ਧਰਤੀ ਅਤੇ ਇਸ ਦੀ ਸਭ ਭਰਪੂਰੀ, ਸੰਸਾਰ ਅਤੇ ਇਸ ਦੇ ਸਭ ਨਿਵਾਸੀ। ਧਰਤੀ ਅਤੇ ਇਸ ਦੀ ਸਭ ਭਰਪੂਰੀ ਮੀਨ ਕਿ ਜੋ ਵੀ ਖੁਦਾਵੰਦ ਨੇ ਪ੍ਰਭੂ ਨੇ ਜਦੋਂ ਜ਼ਮੀਨ ਬਣਾਈ, ਖੁਦਾ ਨੇ ਪਾਣੀ ਦੇ ਹਿੱਸੇ ਨੂੰ ਇੱਕ ਪਾਸੇ ਕੀਤਾ ਔਰ ਪ੍ਰਭੂ ਨੇ ਚੌਥੇ ਹਿੱਸੇ ਨੂੰ ਜ਼ਮੀਨ ਦਾ ਨਾਂ ਦਿੱਤਾ। ਧਰਤੀ ਨੂੰ ਪ੍ਰਭੂ ਨੇ ਬਣਾਇਆ ਜਦੋਂ, ਔਰ ਇਸ ਦੇ ਸਭ ਨਿਵਾਸੀ ਜੋ ਜਿੰਨੇ ਵੀ ਜੀਵ ਜੰਤੂ ਔਰ ਜਿੰਨੇ ਵੀ ਪ੍ਰਭੂ ਦੇ ਬਣਾਈ ਹੋਈ ਚੀਜ਼ਾਂ, ਔਰ ਖੁਦਾਵੰਦ ਨੇ ਇਸ ਦੇ ਵਿੱਚ ਜ਼ਾਹਿਰ ਕੀਤਾ ਹੈ ਕਿ ਦਾਊਦ ਨੇ ਕਿਹਾ ਕਿ ਜਿੰਨੇ ਵੀ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਿੰਨੇ ਵੀ ਖੁਦਾਵੰਦ ਦੇ ਲੋਕ ਔਰ ਜਿੰਨੇ ਵੀ ਇਸ ਦੇ ਰਚਨਹਾਰ, ਜੋ ਜਿਸ ਤਰ੍ਹਾਂ ਕਿ ਕੂਚ ਦੇ ਜਦੋਂ ਅਸੀਂ ਉਤਪਤੀ ਗ੍ਰੰਥ ਵਿੱਚ ਜਾਂਦੇ ਹਾਂ, ਪਹਿਲਾ ਬਾਪ ਜਦੋਂ ਅਸੀਂ ਉਤਪਤੀ ਮੀਨਸ ਕਿ ਜੈਨੇਸਿਸ ਜਦੋਂ ਅਸੀਂ ਦਾ ਪਹਿਲਾ ਬਾਪ ਪੜ੍ਹਦੇ, ਉਸ ਦੇ ਵਿੱਚ ਪੂਰਾ ਜੋ ਇਸ ਦੀ ਪਹਿਲੀ ਆਇਤ ਹੈ ਉਹ ਇਸੇ ਤੇ ਹੀ ਹੈ ਕਿ ਪ੍ਰਭੂ ਨੇ ਕਿਸ ਤਰ੍ਹਾਂ ਧਰਤੀ ਦੀ ਸ੍ਰਿਸ਼ਟੀ ਨੂੰ ਰਚਿਆ ਔਰ ਕਿਸ ਤਰ੍ਹਾਂ ਪ੍ਰਭੂ ਨੇ ਸਭ ਇਨਸਾਨਾਂ ਨੂੰ ਔਰ ਜਾਨਵਰਾਂ ਨੂੰ ਬਣਾਇਆ। ਔਰ ਪਹਿਲੀਆਂ ਇਸ ਦੀਆਂ 2 ਆਇਤਾਂ ਹੀ ਹਨ ਕਿ ਪ੍ਰਭੂ ਨੇ ਹੀ ਉਸ ਦੀਆਂ ਨੀਹਾਂ ਸਮੁੰਦਰ ਤੇ ਰੱਖੀਆਂ। ਧਰਤੀ ਨੂੰ ਜਦੋਂ ਪ੍ਰਭੂ ਨੇ ਸਮੁੰਦਰ ਨੂੰ ਅਲੱਗ ਕੀਤਾ ਔਰ ਧਰਤੀ ਨੂੰ ਬਣਾਇਆ, ਪ੍ਰਭੂ ਨੇ ਉਸ ਦੀਆਂ ਨੀਹਾਂ ਸਮੁੰਦਰ ਦੇ ਉੱਤੇ ਰੱਖੀਆਂ, ਪਾਣੀ ਨੂੰ ਅਲੱਗ ਕਰਕੇ ਜ਼ਮੀਨ ਪੈਦਾ ਕੀਤੀ ਔਰ ਉਸੇ ਨੇ ਹੀ ਉਸਨੂੰ ਪਾਣੀ ਅਤੇ ਸਥਾਪਿਤ ਕੀਤਾ। ਔਰ ਖੁਦਾਵੰਦ ਨੇ ਇੱਕ ਜ਼ਮੀਨ ਦਾ ਇੱਕ ਹਿੱਸਾ ਰੱਖਿਆ ਔਰ 3 ਹਿੱਸੇ ਪ੍ਰਭੂ ਨੇ ਪਾਣੀ ਦੇ ਰੱਖੇ ਔਰ ਖੁਦਾਵੰਦ ਨੇ ਇਸ ਦੀ ਰਚਨਾ ਕੀਤੀ। ਔਰ ਜੋ ਜਿਹੜੀ ਇਸ ਦੀ ਤੀਸਰੀ ਔਰ ਚੌਥੀ ਆਇਤ ਹੈ, ਪ੍ਰਭੂ ਨੇ ਪਹਾੜ ਤੇ ਕੌਣ ਚੜ ਸਕਦਾ ਹੈ, ਇਹ ਜਿਹੜਾ ਮੈਂ ਜਦੋਂ ਪੜ੍ਹਦੀ ਸੀ ਕਿ ਮੈਨੂੰ ਇਸ ਤਰ੍ਹਾਂ ਲੱਗਾ ਕਿ ਮੂਸਾ ਦੇ ਟਾਈਮ ਦਾ ਹੈ, ਕਿਉਂਕਿ ਜਦੋਂ ਮੂਸਾ ਨੂੰ ਪ੍ਰਭੂ ਨੇ ਪਹਾੜੀ ਦੇ ਉੱਤੇ ਦਰਸ਼ਨ ਦਿੱਤੇ ਔਰ ਜਦੋਂ ਮੂਸਾ ਬਹੁਤ ਘਬਰਾ ਗਿਆ ਸੀ ਜਦੋਂ ਮੂਸਾ ਨੇ ਦੇਖਿਆ ਕਿ ਛੋਟੀ ਜਿਹੀ ਝਾੜੀ ਦੇ ਵਿੱਚ ਅੱਗ ਬਾੜੀ ਹੈ। ਜਦੋਂ ਉਸਦੇ ਕੋਲ ਜਾਣ ਦੀ ਉਸਨੇ ਕੋਸ਼ਿਸ਼ ਕੀਤੀ ਔਰ ਪ੍ਰਭੂ ਨੇ ਉਸਨੂੰ ਕਿਹਾ ਕਿ ਮੇਰੇ ਕੋਲ ਨਾ ਆਈ ਔਰ ਤੂੰ ਦੂਰ ਤੋਂ ਹੀ ਸੁਣ ਕਿ ਮੈਂ ਤੈਨੂੰ ਕੀ ਕਹਿਣਾ ਚਾਹੁੰਦਾ ਹਾਂ। ਔਰ ਖੁਦਾਵੰਦ ਨੇ ਉਸਨੂੰ ਪਵਿੱਤਰ ਕਰਕੇ ਉਸਨੂੰ ਮੰਨਿਆ, ਕਿਉਂਕਿ ਮੂਸਾ ਇੱਕ ਬਹੁਤ ਅੱਛਾ ਪ੍ਰਭੂ ਨੂੰ ਮੰਨਣ ਵਾਲਾ ਇਨਸਾਨ ਸੀ ਜੋ ਪ੍ਰਭੂ ਦੀ ਆਗਿਆ ਤੇ ਹੀ ਚੱਲਦਾ ਸੀ। ਔਰ ਖੁਦਾਵੰਦ ਨੇ ਉਸਨੂੰ ਆਪਣੇ ਲਈ ਤਿਆਰ ਕੀਤਾ ਕਿ ਉਸਦੇ ਲੋਕਾਂ ਨੂੰ ਲੈ ਕੇ ਉਹ ਮਿਸਰ ਵਿੱਚੋਂ ਬਾਹਰ ਨਿਕਲੇ ਔਰ ਮਿਸਰ ਦੇ ਵਿੱਚੋਂ ਉਹਨਾਂ ਨੂੰ ਆਜ਼ਾਦ ਕਰਵਾਵੇ। ਉਸਨੇ ਕਿਹਾ ਕਿ ਉਸਦੇ ਪਵਿੱਤਰ ਥਾਂ ਤੇ ਕੌਣ ਖੜਾ ਹੋ ਸਕਦਾ ਹੈ। ਇਹ ਦਾਊਦ ਨੇ ਕਿਹਾ ਕਿ ਜਦੋਂ ਪ੍ਰਭੂ ਦਾ ਉਹ ਪਹਾੜ ਇੰਨਾ ਪਵਿੱਤਰ ਸੀ ਕਿ ਉੱਥੇ ਕੋਈ ਵੀ ਜਾ ਨਹੀਂ ਸਕਦਾ ਸੀ ਉਸਦੇ ਪਹਾੜ ਦੇ ਲਾਗੇ। ਔਰ ਹਾਂ, ਉਹ ਮਨੁੱਖ ਜਿਸ ਦੇ ਹੱਥ ਸ਼ੁੱਧ ਹਨ, ਜਿਸ ਦਾ ਮਨ ਨਿਰਮਲ ਹੈ, ਕਿਉਂਕਿ ਮੂਸਾ ਇੱਕ ਚੰਗੇ ਪ੍ਰਭੂ ਦੇ ਦਾਸਾਂ ਵਿੱਚੋਂ ਗਿਣਿਆ ਜਾਂਦਾ ਹੈ ਔਰ ਜਿਸ ਨੂੰ ਖੁਦਾਵੰਦ ਨੇ ਸਾਰਾ ਉਹ ਹੱਕ ਦਿੱਤਾ ਕਿ ਉਹ ਆਪਣੇ ਲੋਕਾਂ ਨੂੰ ਲੈ ਕੇ ਜਾਵੇ ਔਰ ਉਸ ਜਗ੍ਹਾ ਤੇ ਲੈ ਕੇ ਜਾਵੇ ਜਿਸ ਦਾ ਪ੍ਰਭੂ ਨੇ ਉਹਨਾਂ ਦੇ ਨਾਲ ਵਾਅਦਾ ਕੀਤਾ ਸੀ, ਜੋ ਦੂਜਿਆਂ ਨਾਲ ਚਲਾਕੀ ਨਹੀਂ ਕਰਦਾ ਔਰ ਜੋ ਧੋਖਾ ਦੇਣ ਦੇ ਲਈ ਸਹੁੰ ਨਹੀਂ ਖਾਂਦਾ। ਔਰ ਮੂਸਾ ਦਾ ਦਿਲ ਬਹੁਤ ਸਾਫ਼ ਸੀ ਔਰ ਪ੍ਰਭੂ ਦੇ ਲੋਕਾਂ ਨੂੰ ਜਦੋਂ ਲੈ ਕੇ ਨਿਕਲਿਆ ਔਰ ਉਸਦੇ ਨਾਲ ਲੋਕਾਂ ਨੇ ਬਹੁਤ ਬੁਰਾ ਵਰਤਾਵ ਵੀ ਕੀਤਾ, ਬਹੁਤ ਲੋਕਾਂ ਨੇ ਬੁਰਾ ਭਲਾ ਵੀ ਕਹਿੰਦੇ ਸੀ ਪ੍ਰਭੂ ਦੇ ਖਿਲਾਫ ਕਿ ਤੂੰ ਸਾਨੂੰ ਕਿੱਥੇ ਲੈ ਕੇ ਆਇਆ, ਅਸੀਂ ਬਹੁਤ ਅੱਛੀ ਜਗ੍ਹਾ ਤੇ ਰਹਿੰਦੇ ਸੀ। ਪਰ ਖੁਦਾਵੰਦ ਉਹ ਦਾਸ ਹੋਣ ਦੇ ਨਾਤੇ ਉਹ ਪ੍ਰਭੂ ਦੇ ਨਾਲ ਗੱਲਬਾਤ ਕਰਦਾ ਸੀ ਔਰ ਪ੍ਰਭੂ ਹੀ ਉਸਨੂੰ ਉਸ ਪਹਾੜ ਦੇ ਉੱਤੇ ਸਿਰ ਪਾਉਣ ਲਈ ਕਹਿੰਦਾ ਸੀ। ਹੋਰ ਕੋਈ ਪ੍ਰਭੂ ਦੇ ਉਸ ਪਹਾੜ ਦੇ ਉੱਤੇ ਜਾ ਨਹੀਂ ਸਕਦਾ ਸੀ ਕਿਉਂਕਿ ਉਹ ਪਹਾੜ ਜੋ ਸੀ ਬਹੁਤ ਪਵਿੱਤਰ ਸੀ ਔਰ ਪ੍ਰਭੂ ਦੇ ਰਹਿਣ ਦੀ ਜਗ੍ਹਾ ਖੁਦਾਵੰਦ ਨੇ ਆਪਣੇ ਲਈ ਬਣਾਈ ਸੀ ਕਿ ਜੋ ਵੀ ਉੱਥੇ ਕੋਈ ਐਸਾ ਇਨਸਾਨ ਨਹੀਂ ਸੀ ਜਾ ਸਕਦਾ ਜਿਸ ਦੇ ਮਨ ਦੇ ਵਿੱਚ ਪਾਪ ਸੀ ਔਰ ਜਿਸ ਦੇ ਮਨ ਸਾਫ਼ ਨਹੀਂ ਸਨ। ਔਰ ਖੁਦਾਵੰਦ ਦੀ ਬਹੁਤ ਅੱਛੀ ਸਾਰੀਆਂ ਆਇਤਾਂ ਬਹੁਤ ਅੱਛੀਆਂ ਹਨ। ਉਹ ਮੈਨੂੰ ਸਿਰਫ ਇਸ ਦੇ ਵਿੱਚੋਂ ਇਹੀ ਲੱਗ ਰਿਹਾ ਕਿ ਜਦੋਂ ਉਤਪਤ ਦਾ ਗ੍ਰੰਥ ਅਸੀਂ ਪਹਿਲਾ ਬਾਪ ਪੜ੍ਹਦੇ ਹਾਂ, ਉਸਦੇ ਵਿੱਚ ਜਿਹੜੀਆਂ 2-3 ਆਇਤਾਂ ਪਹਿਲੀਆਂ ਨੇ ਉਹ ਸਾਰਾ ਉਹ ਜ਼ਿਕਰ ਕੀਤਾ ਗਿਆ ਔਰ ਉਸਦੇ ਵਿੱਚ ਜਿਹੜੀਆਂ ਇਸਦੀ ਚੌਥੀ ਤੇ ਪੰਜਵੀਂ ਆਇਤ ਹੈ ਮੂਸਾ ਦੇ ਟਾਈਮ ਦਾ ਜ਼ਿਕਰ ਹੈ। ਔਰ ਇਸੇ ਤਰ੍ਹਾਂ ਅਸੀਂ ਵੀ ਖੁਦਾਵੰਦ ਦੇ ਵਿੱਚ ਖੁਦਾਵੰਦ ਦੇ ਲਈ ਅਸੀਂ ਆਪਣੇ ਮਨ ਤਿਆਰ ਕਰੀਏ ਕਿਉਂਕਿ ਉਹ ਸਮਾਂ ਵੀ ਬਹੁਤ ਨਜ਼ਦੀਕ ਹੈ ਜਦੋਂ ਪ੍ਰਭੂ ਦਾ ਵਚਨ ਪੂਰਾ ਹੋਣ ਵਾਲਾ ਹੈ। ਔਰ ਪ੍ਰਕਾਸ਼ ਦੀ ਪੋਥੀ ਵਿੱਚ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਖੁਦਾਵੰਦ ਨੇ ਜੋ ਦਿਖਾਇਆ ਆਪਣੇ ਦਾਸ ਨੂੰ ਔਰ ਉਸਨੇ ਉਸਨੂੰ ਬਿਆਨ ਕੀਤਾ ਔਰ ਉਸ ਸਮੇਂ ਦੇ ਲਈ ਅਸੀਂ ਵੀ ਤਿਆਰ ਹੋਈਏ ਜਿਸ ਤਰ੍ਹਾਂ ਅਸੀਂ ਵੀ ਆਪਣੇ ਮਨਾਂ ਨੂੰ ਕਿਸੇ ਦੀ ਚੁਗਲੀ ਨਿੰਦਾ ਨਾ ਕਰਦੇ ਹੋਏ ਆਪਣੇ ਮਨਾਂ ਨੂੰ ਤਿਆਰ ਕਰੀਏ, ਪ੍ਰਭੂ ਦੇ ਵੱਲ ਲਗਾਈਏ। ਔਰ ਮੇਰਾ ਇਹ ਕਹਿਣਾ ਹੈ ਕਿ ਖੁਦਾਵੰਦ ਦੇ ਵਿੱਚ ਚੱਲੀਏ। ਔਰ ਮੈਂ ਜ਼ਿਆਦਾ ਕੁਛ ਇਸ ਵਿੱਚੋਂ ਮੈਨੂੰ ਨਹੀਂ ਪਤਾ ਹੈ ਕਿਉਂਕਿ ਜ਼ਬੂਰ ਦੇ ਵਿੱਚ ਬਹੁਤ ਘੱਟ ਅਸੀਂ ਜਾਣਦੇ ਹਾਂ, ਪਰ ਜਿਸ ਤਰ੍ਹਾਂ ਖੁਦਾਵੰਦ ਦੇ ਦਾਸ ਨੇ ਪਾਸਟਰ ਜੀ ਨੇ ਦੱਸਿਆ ਸਾਨੂੰ ਬਹੁਤ ਕੁਝ ਇਸ ਤੋਂ ਸਿੱਖਣ ਨੂੰ ਮਿਲ ਰਿਹਾ ਕਿਉਂਕਿ ਅਸੀਂ ਨਵੀਆਂ ਤੋਂ ਨਵੀਆਂ ਗੱਲਾਂ ਅਸੀਂ ਇਸ ਦੇ ਵਿੱਚ ਜੋ ਪ੍ਰਭੂ ਦੇ ਬਚਨ ਚ ਅਸੀਂ ਕਦੇ ਨਹੀਂ ਸੀ ਪੜ੍ਹੀਆਂ ਉਹ ਅਸੀਂ ਸਿੱਖ ਰਹੇ ਹਾਂ। ਔਰ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਬਰਕਤ ਦੇ। ਆਮੀਨ। ਥੈਂਕ ਯੂ ਆਂਟੀ ਜੀ, ਥੈਂਕ ਯੂ ਤੁਹਾਡੇ ਦੋਨਾਂ ਦਾ ਇਸ ਰਿਫਲੈਕਸ਼ਨ ਲਈ। ਅਸੀਂ ਹੁਣ ਵਾਈਂਡ ਅਪ ਕਰਦੇ ਹੋਏ ਅੰਕਲ ਕਾਸ਼ਿਫ ਦਾ ਜੋ ਰਿਕਾਰਡਿੰਗ ਹੈ ਦੂਸਰਾ ਹਿੱਸਾ ਜ਼ਬੂਰ 24 ਦਾ ਉਹ ਅਸੀਂ ਸੁਣਾਂਗੇ ਪਾਸਟਰ ਜੀ ਨਾਲ। रब खुदावंद बादशाह है,
ओ जलाल दा बादशाह है, रब खुदावन बादशाह है। ओ जलाल दा बादशाह है, उच्चे करो सिर दरवाजे, उच्चे हो सब दारो। उच्चे करो सिर दरवाजे, उच्चे हो सब दारो। जान जलाल दा बादशाह वे सिर तद उच्चे करो। रब खुदावन बादशाह है, ओ जलाल दा बादशाह है, रब खुदावन बादशाह है। ਆਮੀਨ। ਥੈਂਕ ਯੂ ਪਾਸਟਰ ਜੀ। ਮੈਂ ਧੰਨਵਾਦ ਕਰਦੀ ਹਾਂ ਜੋ ਵੀ ਸਾਡੇ ਇਸ ਅੱਜ ਦੇ ਐਪੀਸੋਡ ਵਿੱਚ ਸ਼ਾਮਲ ਹੋਏ ਆ ਸਾਡੇ ਨਾਲ। ਅਸੀਂ ਤੁਹਾਡੇ ਸਾਰੇ ਨਾਲ ਫਿਰ ਨੈਕਸਟ ਮੰਡੇ ਨੂੰ ਇਸੇ ਤਰ੍ਹਾਂ ਮਿਲ ਕੇ ਦਾਊਦ ਦੇ ਜ਼ਬੂਰਾਂ ਤੇ ਗੌਰ ਕਰਾਂਗੇ। ਥੈਂਕ ਯੂ। ਥੈਂਕ ਯੂ। Alhamdulillah.